वाहिगुरु साहिब जी। तू सुल्तान कहा हो मिया, तेरी कबन बढ़ाई। जो तू देहे सो कहा स्वामी, मैं मूर्ख कहन न जाई। मैं मूर्ख की केतक बात है, कोट पराधी तरियारे। गुरु नानक जिन सुनिया पेखिया, ते फिर गुरबास न परिहारे। जेता जियो पिंड सब तेरा, तू अंतर जामी पुरख भगवान। दासन दास कहे जन नानक, जेहा तू कराए तेहा हाउ करी बखियान। अगम अगोचर सच साहिब मेरा, नानक बोले बुलाया तेरा। वाहिगुरु साहिब जी। मारू महला पंजेवा, सिमरो एक नरंजन सो। जाते बिरथा जात न को, मात गर्भ में जिन प्रत पारिया। जियो पिंड दे साज सवारिया, सोई बेधात खिन खिन जपिया। जस सिमरत अब गुण सब ढकिया, चरण कमल और अंतर तारो। बिखिया बन ते जियो उदारो, कारण पला मिटह बिल लाटा। जप गोबिंद भरमा भाव फाटा, साध संग बिरला को पाए। नानक ताकै बल बल जाय, राम नाम मन तन आधारा। जो सिमरै तिसका निस्तारा, राम नाम मन तन आधारा। जो सिमरै तिसका निस्तारा। परम सन्मानयोग गुरु प्यारी साध संगत जी, वडभागी हा। सतगुरां दी अपार बख्शिश हुई है। सानू अमृत वेले साहिबा दी पावन हजूरी अंदर जुड़ करके सतगुरु जी दी अमृत बाणी पढ़न, सुनन और समझण दा सुभाग समा प्राप्त होया है। सुआओ कुछ क समा अपनिया मनोबिरतियां नूं इकागर करते होए साहिब जी दे पावन दरबारां तो चल रही लड़ीवार गुरबाणी विचार दे नाल जुड़न दी खेचला करिए। जो पावन पवित्र शब्द जाप सरवण कीता, जिस दी असां विचार करनी है। ये पावन पवित्र शब्द जाप शहीदां दे सरताज धन 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 श्री गुरु अर्जन देव साहब महाराज सच्चे पातशाह जियां दे पावन पवित्र रसना द्वारा उचारण होया हुआ ये शब्द जाप है।
जो कि धन श्री गुरु ग्रंथ साहिब महाराज जियां दे पावन अंग नंबर 1004 ਦੇ ਉੱਪਰ ਰਾਮਕਲੀ ਵਾਹਿਗੁਰੂ ਮਾਰੂ ਰਾਗ ਦੇ ਵਿੱਚ ਸੁਸ਼ੋਭਿਤ ਹੈ। ਸ਼ਬਦ ਦੀਆਂ 4 ਪੌੜੀਆਂ ਹਨ। ਆਪਾਂ ਪਹਿਲੀ ਪੌੜੀ ਦਾ ਜੋ ਜਾਪ ਹੈ ਸਰਵਣ ਕੀਤਾ ਹੈ। ਸਤਿਗੁਰੂ ਜੀ ਕਿਰਪਾ ਕਰਨ, ਮਤ ਬੁੱਧ ਬਖਸ਼ਿਸ਼ ਕਰਨ, ਸ਼ਬਦ ਦੀ ਵਿਚਾਰ ਕਰ ਸਕੀਏ। ਕੋਸ਼ਿਸ਼ ਕਰੀਏ ਸਤਿਗੁਰਾਂ ਦੀ ਵਿਚਾਰਧਾਰਾ ਨੂੰ ਸਮਝਣ ਦੀ, ਸਮਝ ਕਰਕੇ ਹਿਰਦੇ ਘਰ ਵਸਾਈਏ, ਜੀਵਨ ਵਿੱਚ ਲਾਗੂ ਕਰੀਏ ਸਤਿਗੁਰਾਂ ਦੇ ਉਪਦੇਸ਼ ਨੂੰ, ਤਾਂ ਕਿ ਜਿਹੜਾ ਇਹ ਸਾਡਾ ਜੀਵਨ ਮਨੁੱਖਾ ਜਾਮਾ ਹੈ ਇਹ ਸਫਲ ਹੋ ਜਾਵੇ। ਸਫਲਤਾ ਸਤਿਗੁਰੂ ਜੀ ਕਹਿੰਦੇ ਨੇ ਭਾਈ ਇਸੇ ਵਿੱਚ ਹੀ ਹੈ, ਜੇ ਅਸੀਂ ਪਰਮਾਤਮਾ ਦੀ ਯਾਦ ਵਿੱਚ ਜੁੜਦੇ ਹਾਂ, ਮਾਲਕ ਦੇ, ਪਰਮੇਸ਼ਰ ਦੇ, ਵਾਹਿਗੁਰੂ ਜੀ ਦੇ ਨਾਮ ਨੂੰ ਧਿਆਨ ਵਿੱਚ ਲੈ ਕੇ ਆਉਂਦੇ ਹਾਂ। ਇਸ ਰਸਨਾ ਦੁਆਰਾ ਮਾਲਕ ਦੇ ਨਾਮ ਦਾ ਜਾਪ ਕਰਦੇ ਹਾਂ। ਇਸ ਕਹਿ ਲਈਏ ਕਾਰਜ ਦੇ ਵਿੱਚ ਸਫਲਤਾ ਮਿਲਦੀ ਹੈ, ਕਿਉਂਕਿ ਆਪਾਂ ਬਚਨ ਪੜ੍ਹਦੇ ਹਾਂ ਸਤਿਗੁਰਾਂ ਦੇ। ਸਾਹਿਬ ਕਹਿੰਦੇ ਆਇਆ ਸਫਲ ਤਾਹੂ ਕਾ ਗਣੀ ਹੈ। ਆਇਆ ਹੋਇਆ ਸਫਲ ਉਹਨਾਂ ਦਾ ਗਿਣਿਆ ਜਾਂਦਾ। ਪਾਤਸ਼ਾਹ ਕਹਿੰਦੇ ਨੇ ਕਿਹਦਾ? ਹਰ ਹਰ ਨਾਮ ਰਸਨਾ ਨਿਤ ਬਣੀ ਹੈ। ਹਰੀ ਦੇ ਨਾਮ ਨੂੰ ਨਿਤ ਰਸਨਾ ਦੇ ਦੁਆਰਾ ਜਪਣਾ। ਸਾਹਿਬ ਕਹਿੰਦੇ ਜਿਹੜੇ ਜਪਦੇ ਆ ਭਾਈ ਉਹਨਾਂ ਨੂੰ ਸਫਲਤਾ ਮਿਲਦੀ ਹੈ। ਆਏ ਹੋਏ ਉਹ ਪ੍ਰਵਾਨ ਹੋ ਜਾਂਦੇ ਆ, ਉਹਨਾਂ ਨੂੰ ਮਾਲਕ ਜੀ ਵਡਿਆਈਆਂ ਦਿੰਦੇ ਆ। ਬਚਨ ਪੜ੍ਹਦੇ ਆਪਾਂ ਧੰਨ 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 ਜਨ ਆਇਆ, ਜੇ ਪ੍ਰਸਾਦ ਸਭ ਜਗਤ ਤਰਾਇਆ। ਜਬ ਜਨ ਆਵਣ ਕਾ ਇਹ ਹੈ ਸਵਾਉ, ਜਨ ਕੈ ਸੰਗ ਚਿਤ ਆਵੇ ਨਾਉ। ਇਹ ਸਵਾਉ ਦਾ ਭਾਵ ਵੀ ਇਹ ਸਵਾਰਥ ਹੁੰਦਾ। ਸਾਡਾ ਤਾਂ ਦੁਨਿਆਵੀ ਸਵਾਰਥ ਨੇ, ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਦਾ ਸਵਾਰਥ ਕਹਿ ਲਈਏ, ਕਾਰਜ ਕਹਿ ਲਈਏ, ਇਹੀ ਮਿੱਥਿਆ ਹੁੰਦਾ, ਮੰਨਿਆ ਹੁੰਦਾ ਵੀ ਉਹਨਾਂ ਨੇ ਜਪਣਾ ਤੇ ਜਪਾਉਣਾ, ਦੁਨੀਆ ਦਾ ਭਲਾ ਕਰਨਾ, ਸੰਸਾਰ ਨੂੰ ਤਾਰਨਾ। ਇਸੇ ਕਰਕੇ ਸਾਹਿਬ ਕਹਿੰਦੇ ਪਾਰ ਉਤਾਰਾ ਭਾਈ ਨਾਮ ਦੁਆਰਾ ਹੀ ਹੈ। ਨਾਮ ਹੀ ਸਤਿਗੁਰੂ ਦ੍ਰਿੜ ਕਰਾਉਂਦੇ ਆ ਸਾਨੂੰ। ਨਾਮ ਪਰਮਾਤਮਾ ਦਾ, ਵਾਹਿਗੁਰੂ ਦਾ, ਇਹ ਆਪਾਂ ਪੜ੍ਹਦੇ ਹਾਂ ਬਈ ਨਾਮ ਦੁਆਰਾ ਹੀ ਸਾਡੇ ਅੰਦਰੋਂ ਜਿਹੜੇ ਵਿਕਾਰ ਨੇ ਮਾਲਕ ਕੱਢਦੇ ਆ। ਨਾਮ ਦੇ ਦੁਆਰਾ ਹੀ ਸਭ ਤੋਂ ਵੱਡਾ ਵਿਸ਼ਾ ਹਉਮੈ ਦਾ ਕਿਹਾ ਮਾਲਕ ਨੇ। ਹਉਮੈ ਦੇ ਵਿੱਚ ਹੀ ਸਾਹਿਬ ਕਹਿੰਦੇ ਆਵਣ ਜਾਵਣ ਘੁੰਮਣ ਘੇਰੀਆਂ ਸਭ ਹਉਮੈ ਦਾ ਹੀ ਹੈ। ਤੇ ਪਾਤਸ਼ਾਹ ਕੀ ਕਹਿੰਦੇ ਆਪਾਂ ਵਚਨ ਪੜ੍ਹਦੇ ਹਾਂ, ਸਾਹਿਬ ਜੀ ਸਾਨੂੰ ਇਹ ਬਖਸ਼ਿਸ਼ ਕਰਦੇ ਆ, ਦੱਸਦੇ ਆ ਵੀ ਭਾਈ ਜਿਹੜੇ ਸਤਿਗੁਰੂ ਨੇ ਸਾਡੇ, ਸਾਹਿਬ ਨੇ ਸਾਡੇ, ਇਹ ਨਾਮ ਦ੍ਰਿੜ ਕਰਾਉਂਦੇ ਆ। ਹਰ ਨਾਮੋ ਮੰਤਰ ਦ੍ਰਿੜਾਈ ਦਾ, ਕੱਟੇ ਹਉਮੈ ਰੋਗ। ਨਾਮ ਦਾ ਮੰਤਰ ਦ੍ਰਿੜ ਕਰਾਉਣਾ। ਆਪਾਂ ਭਾਈ ਸਾਹਿਬ ਦੇ ਵਚਨ ਵੀ ਪੜ੍ਹਦੇ ਹਾਂ, ਪਿਆਰ ਵਿੱਚ ਵਚਨ ਕੀਤੇ ਉਹਨਾਂ। ਉਹ ਕਹਿ ਰਹੇ ਨੇ ਨਮਸਕਾਰ ਗੁਰਦੇਵ ਕੋ। ਗੁਰਦੇਵ ਭਾਵ ਗੁਰੂ ਸਾਹਿਬ ਨੂੰ। ਐਸੇ ਗੁਰਦੇਵ ਨੂੰ ਨਮਸਕਾਰ ਹੈ। ਕਿਉਂ ਨਮਸਕਾਰ ਹੈ? ਕਿਉਂਕਿ ਉਹਨਾਂ ਨੇ ਕਿਰਪਾ ਕੀਤੀ, ਨਾਮਦਾਨ ਦਿੱਤਾ, ਦ੍ਰਿੜ ਕਰਾਇਆ ਨਾਮ। ਸਤਨਾਮ ਜਨ ਮੰਤਰ ਦ੍ਰਿੜਾਇਆ। ਦ੍ਰਿੜ ਭਾਵ ਦ੍ਰਿੜ ਕਰਾ ਦੇਣਾ, ਯਾਦ ਕਰਾ ਦੇਣਾ, ਮਨ ਚ ਵਸਾ ਦੇਣਾ। ਸਤਨਾਮ ਜਨ ਮੰਤਰ ਦ੍ਰਿੜਾਇਆ। ਫਿਰ ਮੰਤਰ ਦੀ ਕਿਰਪਾ ਕੀ ਹੋਈ, ਕੀ ਕਾਰਜ ਕੀਤਾ ਮੰਤਰ ਨੇ ਜਿਹੜਾ ਦ੍ਰਿੜ ਹੋਇਆ। ਮੁਕਤ ਪਦਾਰਥ ਵਿੱਚ ਸਾਨੂੰ ਇਹਨੇ ਭੇਜਣਾ ਨਾਮ ਨੇ। ਪਾਤਸ਼ਾਹ ਕਹਿੰਦੇ ਆ, ਭਾਈ ਸਾਹਿਬ ਦੇ ਬਚਨ ਆਪਾਂ ਪੜ੍ਹ ਰਹੇ ਹਾਂ। ਨਮਸਕਾਰ ਗੁਰਦੇਵ ਕੋ ਸਤਨਾਮ ਜਨ ਮੰਤਰ ਦ੍ਰਿੜਾਇਆ, ਭਵ ਜਲ ਵਿੱਚੋਂ ਕੱਢ ਕੇ। ਆ ਭਵ ਜਲ ਜਿਹੜਾ ਭਾਵਨਾ ਭਾਵ ਕਿ ਸਾਡਾ ਇਉਂ ਭਵ ਜਲ ਦਾ ਭਾਵ ਕੀ ਹੈ? ਭਾਵਨਾ ਦਾ ਜਲ। ਜਲ ਇੱਕ ਤਾਂ ਪਾਣੀ ਹੈ, ਇੱਕ ਸਾਡੇ ਅੰਦਰ ਉੱਦਾਂ ਹੀ ਭਾਵ ਕਿ ਵਿਚਾਰਾਂ ਉੱਠੀ ਜਾ ਰਹੀਆਂ ਨੇ, ਵਿਚਾਰਾਂ 'ਚ ਹੀ ਡੁੱਬੇ ਪਏ ਆਪਾਂ। ਸੋਚਾਂ ਕਹਿ ਲੈਂਦੇ ਹਾਂ, ਕੋਈ ਵੀ ਸੋਚਾਂ 'ਚ ਡੁੱਬਿਆ ਪਿਆ, ਕੋਈ ਚਿੰਤਾ ਵੀ ਕਹਿ ਦਿੰਦੇ ਆਪਾਂ।
भी चिंता च डुबिया पिया। भाव ये चिंता का जल है, ये विचारां दा जल है, ये सोचां दा जल है साडा, जिहदे विच असीं भवजल दे विच डुबे होए हां। भवजल विचों कढना कीता काहदे नाल? आसा ने सतनाम दे मंत्र दे नाल। भवजल विचों कढ के मुकत पदार्थ माही समाया। मुक्त विच समा दिता, समाउंदिया पातशाह जी समाया जांदा। जो पातशाह दे आपां बचन पढ़दे हां, सूरज किरण मिले जल का जल हुआ राम, ज्योति जोत रलै संपूर्ण थिया राम। भाव के जदों ज्योति जोत विच रल जांदी है, वो परमात्मा दी जोत विच आ साडी जोत रल जावे, फिर संपूर्णता है, नहीं तो अधूरा पानी है प्यारिओ। अधूर विच ही असीं तुरे फिरदे हां। संपूर्ण उदों होना जदों इहने एक हो जाना आत्मा परमात्मा नाल। इसे करके सतगुरु जी ये रहमत करदे आ सानू अज दे शब्द द्वारा रहाउ वाला बंद है जिहड़ा शब्द दा रहाउ वाला बंद हुंदा, जिहड़ा ये मेन धुरा हुंदा, धुरे दिवाली जिवें सब चलदा कि ना चक्कर, इहो ही सारा शब्द निचोड़ हुंदा रहाउ वाला बंद। इथों प्रकरण चलदा है ते इत्थे साहब ने रहाउ वाले बंद विच किरपा कीती है। राम नाम मन तन आधारा, जो सिमरै तिसका निस्तारा। पासा कहंदे राम नाम है भाई, वो साडे मन दा भी तन दा भी आधार आसरा है। मन करके भी असी मालिक नाल जुड़ना, नाम जपना भाई, तन करके भी। तन शरीर नूं कहंदे है, जे शरीर नहीं जुड़दा ते मन भी नहीं जुड़ सकदा है। भाव पहला शरीर तो ही अवस्था शुरू होनी है। जो आ शरीर करके स्थान वेख्या होवेगा, आपां समझिया होवेगा, फिर वो मन विच दृढ़ हो जाता है। जे शरीर करके जिथे नहीं गए आपां, कोई साडे सामने नक्शे खिंची जावे भी उत्थे आ चीज़ है, इत्ता आदਿਕ भाव दसी जाइए, पर वो गल नहीं बनेगी, मन नहीं पकड़ करेगा। जिथे एक बार शरीर पहुँच गया, फिर गल शुरू हुंदिया सार जदी मन पकड़ कर लैंदा भी हाँ भाई इहो जी चीज़ है, इहो जिहा स्थान है, इहो जिहा उहदा रूप रंग रेख है। भाव के शरीर करके पहला कर्म करना, उहदा सारे ही साडे वर्गे नक्शे खिंची जांदे आ, सचखंड दा, कोई स्वर्ग दा, कोई नरक दा, कोई किते दा, कोई किते दा। पर जिन्ना चਿਰ शरीर करके नहीं वेखिया आपां, उन्ना चਿਰ कोई नक्शे बनाई जाइए, भाव कि वो गल नहीं बनती, सेती करके पकड़ विच नहीं गल आउंदी। इसे करके पातशाह कहंदे आ प्यारिआ, पहला शरीर करके रसना करके ध्याउणा कर परमात्मा नूं, शरीर करके संगत कर, शरीर करके मालिक नाल बाणी नाल जुड़ना कर, गुरु की गोद विच बैठ, नेत्रां करके बाणी दे दीदार कर, जेबा करके जपना कर, कन्ना करके सुनना कर। कर्म अभ्यास जिन्ना चਿਰ नहीं हुंदा है, उन्ना चਿਰ नहीं गुरु प्यारिओ मन तक पहुंचा जांदा। इसे करके ज्ञान लैण दे लई एक कर्म अभ्यास है। जे कर्म नहीं करदे गल नहीं बनदी। लख भावें असीं कही जाई, बड़ी दुनिया कहंदी है बई जी असीं तां उदा बस परमात्मा नूं ध्याउने आ जी, उहदे नाल जुड़े होए आ, बड़े कहणगे साडा मन साफ है जी, मन इदां है, इदां दीयां गल्लां करदे आ ना आपां, पर नहीं। सतगुरु जी ये बाणी विच किरपा कीती, आपां बचन भी पढ़दे हां बई भाई ये जिहड़ा कर्म अभ्यास है ज्ञान लई करना पैंदा। ज्ञाने कारण कर्म अभ्यास बाबा जी बाणी विच कह रहे ने। आरंभ तो उन्होंने कीती है, बन कारण फूली बन राए, फल लागे तो फूल बगाए। कहने जिवें बनस्पति कहना बई जदों फल आउणा हुंदा पहलां फुੱਲ खिड़दे आ, फुੱਲ खिड़दे आ ना, ते फुੱਲ खिड़दे गुरु प्यारिओ, ते उत्थों सानू आस वज जाती है भी फुੱਲ आ गया, बूर आ गया, हुण फल लगेगा। फिर वह फुੱਲ समाप्त हो जाते हैं, झड़ जाते हैं, तो उत्थों फिर फल पैदा हो जाता है। तो फल पैदा हो गया गुरु प्यारे, फिर फुੱਲਾਂ का नहीं कुछ रहिंदा है। जे फुੱਲ ते ही खड़ा तो फल नहीं आउंदा, जे फुੱਲ ना लग्गिया तो फिर फल की आस कोई नहीं। इसे करके उन्हें समझाउण लई सानू बड़े ढंग तरीके नाल समझाया पातशाह ने बाणी विच। पर फिर भी अफसोस है भी इन्ना सौखे सरल तरीके सानू दसे आम साडे
ਕੰਮ ਕਾਜਾਂ ਦੇ ਵਿੱਚ ਹੀ ਕਰਮ ਜੋ ਕਰਦੇ ਆ ਉਹਨਾਂ ਦੇ ਮੁਤਲਕ ਹੀ ਸਾਨੂੰ ਸਮਝਾਇਆ ਪਾਤਸ਼ਾਹ ਨੇ, ਪਰ ਸਮਝ ਫੇਰ ਵੀ ਬਹੁਤ ਘੱਟ ਸਾਨੂੰ ਆਈ ਹੈ, ਕਿਉਂਕਿ ਕੋਸ਼ਿਸ਼ ਨਹੀਂ ਕੀਤੀ ਅਸੀਂ। ਸਤਿਗੁਰੂ ਜੀ ਕਹਿ ਰਹੇ ਨੇ, ਬਾਬਾ ਜੀ ਦੇ ਬਚਨ ਨੇ, ਫਲ ਕਾਰਨ ਫੂਲੀ ਬਨ ਰਾਏ, ਫਲ ਲਾਗੈ ਤਾਂ ਫੂਲ ਬਗਾਏ, ਗਿਆਨੈ ਕਾਰਨ ਕਰਮ ਅਭਿਆਸ। ਵੀ ਜੇ ਗਿਆਨ ਲੈਣਾ ਕਰਮ ਅਭਿਆਸ ਕਰਨਾ ਪੈਂਦਾ ਹੈ। ਕਰਮ ਦਾ ਭਾਵ ਕੀ ਹੈ? ਵੀ ਉਦਮ ਕਰਨਾ ਪੈਂਦਾ ਹੈ। ਗਿਆਨ ਲੈਣਾ ਹੋਵੇ ਤੇ ਗਿਆਨ ਲਈ ਆਪਾਂ ਸਕੂਲੇ ਜਾਂਦੇ ਹਾਂ, ਗਿਆਨ ਲਈ ਆਪਾਂ ਪੁਸਤਕਾਂ ਪੜ੍ਹਦੇ ਹਾਂ। ਇਉਂ ਜੋ ਰੂਹਾਨੀਅਤ ਦਾ ਗਿਆਨ ਹੈ ਕਹਿ ਲਈ ਆਪਾਂ, ਇਹ ਬਾਣੀ ਪੜ੍ਹ ਕੇ ਹੀ ਆਵੇਗਾ, ਗੁਰੂ ਸਾਹਿਬ ਨਾਲ ਜੁੜ ਕੇ ਆਵੇਗਾ। ਇਹ ਸਾਡਾ ਕਰਮ ਅਭਿਆਸ ਸਾਨੂੰ ਕਰਨਾ ਪਵੇਗਾ। ਵੀ ਬਾਣੀ ਜਾਂ ਤਾਂ ਭਾਈ ਪੜ੍ਹਨੀ ਪਵੇਗੀ, ਸਮਝਣੀ ਪਵੇਗੀ, ਜਾਂ ਸੁਣਨੀ ਪਵੇਗੀ, ਸਮਝਣੀ ਪਵੇਗੀ। ਇਸੇ ਕਰਕੇ ਪਾਤਸ਼ਾਹ ਕਹਿੰਦੇ ਗਿਆਨੈ ਕਾਰਨ ਕਰਮ ਅਭਿਆਸ। ਫਿਰ ਜਦੋਂ ਗਿਆਨ ਹੋ ਗਿਆ, ਗਿਆਨ ਹੁਆ ਤਉ ਕਰਮੈ ਨਾਸ। ਫਿਰ ਨਹੀਂ ਕਰਮ ਕਰਨ ਦੀ ਬਹੁਤੀ ਲੋੜ ਪੈਂਦੀ। ਜਦੋਂ ਗਿਆਨ ਹੋ ਜਾਵੇ, ਜਦੋਂ ਅੰਦਰ ਪ੍ਰਕਾਸ਼ ਹੋ ਜਾਵੇ, ਸਾਡੇ ਅੰਦਰ ਭਾਵ ਕੇ ਜਾਗ ਆ ਜਾਵੇ, ਸਾਡੀ ਸੁਚੇਤ ਹੋ ਜਾਈਏ ਅਸੀਂ ਅੰਦਰੋਂ। ਇਸੇ ਕਰਕੇ ਸਾਹਿਬ ਸਾਨੂੰ ਬਾਰ-ਬਾਰ ਇਹ ਸਮਝਾਉਂਦੇ ਆ ਸਤਿਗੁਰੂ ਜੀ, ਵੀ ਇਹ ਪਿਆਰਿਆ ਸੰਗਤ ਕਰ, ਨਾਮ ਜਪਣਾ ਕਰ, ਨਾਮ ਵੀ ਯਾਦ ਰੱਖੀਏ। ਬਾਣੀ ਸਾਰੀ ਇੱਕ ਓੰਕਾਰ ਤੋਂ 18, 10, 20 ਤੱਕ ਸਾਰੀ ਬਾਣੀ ਪਰਮਾਤਮਾ ਦਾ ਨਾਮ ਹੀ ਹੈ। ਉਸ ਵਾਹਿਗੁਰੂ ਦੇ ਗੁਣ ਨੇ, ਉਹ ਪਿਆਰੇ ਦੀ ਯਾਦ ਹੈ। ਇਸੇ ਕਰਕੇ ਸਾਹਿਬ ਕਹਿੰਦੇ ਆ ਬਈ ਭਾਈ ਨਾਮ ਨਾਲ ਜੁੜਨਾ ਕਰ, ਨਾਮ ਨਾਲ ਜੁੜੇਗਾ ਤੇ ਫਿਰ ਗਿਆਨ ਤਾਈਂ ਪਹੁੰਚ ਜਾਏਗਾ। ਕਿਉਂਕਿ ਪਾਤਸ਼ਾਹ ਨੇ ਆਖਣਾ ਕੀਤਾ ਕਿ ਗੱਲ ਮਨ ਸਮਝਾਉਣ ਦੀ ਗੱਲ ਚੱਲਦੀ ਆ ਨਾ, ਮਨ ਨੂੰ ਸਮਝਾਉਣਾ ਤੇ ਪਾਤਸ਼ਾਹ ਕਹਿੰਦੇ ਕੀ ਕਰਨਾ ਪਏਗਾ। ਇਹ ਵੀ ਆਪਾਂ ਬਚਨ ਪੜ੍ਹਦੇ ਹਾਂ। ਸਾਹਿਬ ਕਹਿੰਦੇ ਆ ਮਨ ਸਮਝਾਵਣ ਕਾਰਣੇ ਕਛੁਅਕ ਪੜ੍ਹੀਐ ਗਿਆਨ। ਕਹਿੰਦੇ ਮਨ ਨੂੰ ਸਮਝਾਉਣਾ ਭਾਈ ਕੋਸ਼ਕ ਗਿਆਨ ਪੜ੍ਹੀਏ, ਗਿਆਨ ਦੀਆਂ ਗੱਲਾਂ ਨੂੰ ਸੁਣਨਾ ਕਰੀਏ, ਪੜ੍ਹਨਾ ਕਰੀਏ। ਜੇ ਹੁਣ ਗਿਆਨ ਪੜ੍ਹਨਾ ਕੋਈ ਨਹੀਂ, ਸੁਣਨਾ ਕੋਈ ਨਹੀਂ, ਤੇ ਆਵੇਗਾ ਕਿੱਥੋਂ ਪਿਆਰਿਓ। ਇਸੇ ਕਰਕੇ ਸੋ ਸਤਿਗੁਰਾਂ ਨੇ ਇਹ ਸਾਨੂੰ ਵਾਰ-ਵਾਰ ਸੰਗਤ ਲਈ, ਵਾਰ-ਵਾਰ ਬਾਣੀ ਪੜ੍ਹਨ ਨੂੰ, ਵਾਰ-ਵਾਰ ਨਾਮ ਅਭਿਆਸ ਕਰਨ ਨੂੰ ਆਖਣਾ ਕੀਤਾ। ਵੀ ਇਹ ਭਾਈ ਮਨ ਦਾ ਤੇ ਤਨ ਦਾ ਜਿਹੜਾ ਆਸਰਾ ਕੇਵਲ ਗਿਆਨ ਹੈ, ਕੇਵਲ ਨਾਮ ਹੈ ਪਰਮਾਤਮਾ ਦਾ। ਨਾਮ ਨਾਲ ਜੁੜਨਾ ਕਰੀਏ। ਤੇ ਇੱਥੇ ਪਾਤਸ਼ਾਹ ਕਹਿੰਦੇ ਰਾਮ ਨਾਮ ਮਨ ਤਨ ਆਧਾਰਾ। ਮਨ ਦਾ ਅਤੇ ਤਨ ਦਾ ਭਾਈ ਆਸਰਾ ਨਾਮ ਹੀ ਹੈ। ਨਾਮ ਤੋਂ ਬਿਨਾਂ ਤਾਂ ਕੋਈ ਸਹਾਈ ਨਹੀਂ। ਪਾਤਸ਼ਾਹ ਨੇ ਬਚਨ ਕਰਤਾ, ਆਪਾਂ ਬੜੀ ਵਾਰੇ ਪੜ੍ਹਦੇ ਹਾਂ। ਸਾਹਿਬ ਕਹਿ ਰਹੇ ਨੇ ਜੇਤਾ ਕੀਤਾ ਤੇਤਾ ਨਾਵੋ, ਬਿਨ ਨਾਵੈ ਨਾਹੀ ਕੋ ਥਾਓ। ਕੋਈ ਸਥਾਨ ਨਹੀਂ ਹੈ ਨਾਮ ਤੋਂ ਬਿਨਾਂ। ਬੇਸ਼ੱਕ ਸਾਨੂੰ ਸਮਝ ਨਹੀਂ, ਪਰ ਸਥਾਨ ਵਜੂਦ ਕਹਿ ਲਈਏ ਕੋਈ ਵੀ ਨਹੀਂ ਹੈ ਮਾਲਕ ਦੇ ਨਾਮ ਤੋਂ ਬਿਨਾਂ। ਇਸੇ ਕਰਕੇ ਪਾਤਸ਼ਾਹ ਕਹਿੰਦੇ ਰਾਮ ਨਾਮ ਮਨ ਤਨ ਆਧਾਰਾ। ਤੇ ਨਾਲ ਪਾਤਸ਼ਾਹ ਕਹਿੰਦੇ ਜੋ ਸਿਮਰੈ ਤਿਸ ਕਾ ਨਿਸਤਾਰਾ। ਵੀ ਜਿਹੜਾ ਵੀ ਭਾਈ ਸਿਮਰਨ ਕਰੂਗਾ ਪਾਰ ਉਤਾਰਾ ਹੀ, ਉਹਦਾ ਹੀ ਪਾਰ ਉਤਾਰਾ ਹੋ ਜਾਊਗਾ। ਆਧਾਰ ਨਾਮ ਦਾ ਸਾਨੂੰ ਸਾਰਿਆਂ ਨੂੰ ਹੈ, ਪਰ ਜਿਹੜਾ ਜਪੇਗਾ, ਜਿਹੜਾ ਇਹਨੂੰ ਸਿਮਰੇਗਾ, ਜਿਹੜਾ ਯਾਦ ਰੱਖੇਗਾ। ਸਿਮਰਨ ਦਾ ਭਾਵ ਯਾਦ ਹੀ ਹੁੰਦਾ। ਭਾਵੇਂ ਆਪਾਂ ਸਿਮਰਨ ਕਹਿ ਲਈਏ, ਭਾਵੇਂ ਆਪਾਂ ਗੁਰੂ ਪਿਆਰਿਓ ਭਜਨ ਕਹਿ ਲਈਏ, ਬੰਦਗੀ ਕਹਿ ਲਈਏ, ਇਹ ਸਾਰਾ ਭਾਵ ਕੀ ਹੈ? ਵੀ ਯਾਦ ਦੀ ਗੱਲ ਹੈ। ਵੀ ਭੁੱਲਣਾ ਨਾ, ਯਾਦ ਵਿੱਚ ਚੱਲਣਾ। ਬੰਦਗੀ ਦਾ ਭਾਵ ਹੁੰਦਾ ਉਹਦੀ ਬੰਦਗੀ ਵਿੱਚ, ਉਹਦੇ ਹੁਕਮ ਦੇ ਵਿੱਚ, ਉਹਦੇ ਕਾਇਦੇ ਕਾਨੂੰਨ ਕੁਦਰਤ ਨੂੰ ਸਮਝ ਕੇ ਚੱਲਣਾ। ਤੇ ਇਸੇ ਕਰਕੇ ਭਾਵ ਕਹਿੰਦੇ ਆ ਭਾਈ ਸਿਮਰਨ ਦੇ ਨਾਲ ਹੀ ਕਿਰਪਾ ਹੋਵੇਗੀ। ਜੇ ਸਾਡੇ ਯਾਦ ਵਿੱਚ ਆ ਵੀ ਅਸੀਂ ਨਾਮ ਦੇ ਆਸਰੇ ਚੱਲੇ ਫਿਰਦੇ ਹਾਂ ਭਾਈ, ਨਾਮ ਦੇ ਆਸਰੇ ਹੀ ਸਾਡਾ ਵਜੂਦ ਹੈ। ਨਾਮ ਦੇ ਨਾਲ ਹੀ ਆ ਬੋਲ ਰਹੇ ਹਾਂ, ਵੇਖ ਰਹੇ ਹਾਂ, ਸੁਣ ਰਹੇ ਹਾਂ। ਜੇ ਨਾਮ ਹੈ ਅੰਦਰ, ਜਿੰਨਾ ਚਿਰ ਉਹ ਨਾਮ ਅੰਦਰ ਹੈ, ਨਾਮ ਦੀ ਸਤਾ ਕਹਿ ਲਈਏ, ਸ਼ਕਤੀ ਕਹਿ ਲਈਏ, ਉਹ ਸਾਡੀ ਜਿੰਦ ਕਹਿ ਲਈਏ, ਆਪਾਂ ਰੂਹ ਕਹਿ ਲਈਏ, ਆਤਮਾ ਕਹਿ ਲਈਏ, ਜਿੰਨਾ ਚਿਰ ਅੰਦਰ ਹੈ ਉਹਨਾਂ ਚਿਰ ਆ ਸਭ ਕੁਝ ਕਰਦੇ ਹਾਂ। ਨਹੀਂ ਤਾਂ ਬਣਤਰ ਕਾਹਦੀ ਹੈ? ਮਿੱਟੀ ਦੀ ਬਣਾਈ ਹੋਈ ਹੈ। ਇੱਕ ਮਕਾਨ ਹੈ ਤਾਂ ਗੁਰੂ ਪਿਆਰਿਓ ਸਰੀਰ ਜਿਹੜਾ ਸਾਡਾ ਮਾਲਕ ਨੇ ਦਿੱਤਾ ਹੋਇਆ। ਜੇ ਮਕਾਨ ਦੇ ਵਿੱਚ ਕੋਈ ਰਹਿੰਦਾ ਨਹੀਂ ਹੈ, ਮਕਾਨ ਵਿੱਚ ਕੋਈ ਰਹਿੰਦਾ ਨਹੀਂ ਨਾ, ਤੇ ਉੱਥੇ ਫਿਰ ਕੁਛ ਵੀ ਨਹੀਂ ਜਾਂਦਾ। ਪਤਾ ਲੱਗ ਜਾਏ ਵੀ ਇੱਥੇ ਕੋਈ ਨਹੀਂ ਹੈ, ਕਿਉਂਕਿ ਆਪਾਂ ਰਹਿਣ ਵਾਲੇ ਨੂੰ ਹੀ ਮਿਲਣ ਵਰਤਣ ਕਰਦੇ ਹਾਂ ਸਾਰਾ। ਮਕਾਨ ਨਾਲ ਕਾਹਦਾ ਮਿਲ ਵਰਤਣ ਹੈ?
ਤੇ ਇਸੇ ਕਰਕੇ ਪਾਤਸ਼ਾਹ ਕਹਿੰਦੇ ਇਹ ਮਕਾਨ ਬਣਾਇਆ ਮੇਰੇ ਵਾਹਿਗੁਰੂ ਨੇ, ਪਰ ਕੈਸਾ ਬਣਾਇਆ? ਇਹ ਚੱਲਦਾ ਫਿਰਦਾ ਮਕਾਨ। ਬਾਬਾ ਜੀ ਨੇ ਬਚਨ ਕੀਤੇ ਹੈ, ਮਾਟੀ ਕਾ ਪੁਤਲਾ, ਪੁਤਲਾ ਬਣਾਇਆ ਹੈ। ਪੁਤਲਾ कह लिए, वजूद कहिए, मकान कह लिए, ਆਪਾਂ अर्थ ਇੱਕੋ ਹੀ ਹੈ। ਪਾਤਸ਼ਾਹ ਕਹਿੰਦੇ ਆ ਮਾਟੀ ਕਾ ਪੁਤਲਾ ਕੈਸੇ ਨਚਤ ਹੈ, ਸੁਣੈ ਸੁਣੈ ਵੇਖੈ ਬੋਲੇ ਦੌਰੇ ਉਹ ਫਿਰਤ ਹੈ। ਕਹਿੰਦੇ ਵੇਖੋ ਕਿਹੋ ਜਿਹਾ ਮਾਲਕ ਨੇ ਆ ਵਜੂਦ ਸਰੀਰ ਬਣਾਇਆ ਸਾਡਾ ਮਿੱਟੀ ਦਾ, ਇਹ ਕਿਵੇਂ ਨੱਚਦਾ ਟੱਪਦਾ ਫਿਰਦਾ। ਇਹ ਸੁਣਦਾ ਵੀ ਹੈ, ਪਾਤਸ਼ਾਹ ਕਹਿੰਦੇ ਨੇ, ਇਹ ਵੇਖਦਾ ਵੀ ਹੈ, ਇਹ ਬੋਲਦਾ ਵੀ ਹੈ, ਭੱਜਿਆ ਹੀ ਫਿਰਦਾ ਹੈ। ਐਸਾ ਸਰੀਰ ਬਣਾਇਆ, ਪਰ ਇਹਦੇ ਅੰਦਰ ਜਿੰਨਾ ਚਿਰ ਉਹ ਸਤਾ ਸ਼ਕਤੀ ਆਤਮਾ ਰੂਪ ਪ੍ਰਮਾਤਮਾ ਹੈ ਉਹਨਾਂ ਚਿਰ ਹੀ ਹੈ। ਗੁਰੂ ਪਿਆਰਿਓ ਜਦੋਂ ਨਿਕਲ ਗਿਆ ਫਿਰ ਇਹਦਾ ਕੋਈ ਇਹ ਕਹਿ ਲਈਏ ਕੁਛ ਵੀ ਨਹੀਂ ਹੈ। ਇਸੇ ਕਰਕੇ ਸੁਰਹੁ ਵਿਚਾਰ ਆਓ ਆਪਾਂ ਨੂੰ ਵਿਸਥਾਰ ਵਿੱਚ ਨਾ ਜਾਈਏ। ਸਭ ਕਹਿੰਦੇ ਪਿਆਰਿਆ ਜੇ ਪਾਰ ਉਤਾਰਾ ਕਰਨਾ ਇਸ ਜਿੰਦ ਦਾ, ਜੇ ਇਸ ਜਿੰਦ ਨੂੰ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣਾ ਤਾਂ ਉਹਦੀ ਸਿਮਰਨ ਵਿੱਚ ਰਹਿ, ਉਹਦੀ ਯਾਦ ਵਿੱਚ ਰਹਿ, ਉਹਨੂੰ ਕਦੇ ਭੁੱਲਣਾ ਨਾ ਕਰ। ਕਿਰਪਾ ਹੋਏਗੀ ਕਿਉਂਕਿ ਆਸਰਾ ਹੀ ਉਹਦਾ ਹੈ। ਇਸ ਨੂੰ ਰਾਮ ਨਾਮ ਮਨ ਤਨ ਆਧਾਰਾ, ਜੋ ਸਿਮਰੈ ਤਿਸ ਕਾ ਨਿਸਤਾਰਾ। ਆਓ ਇਹ ਰਹਾਉ ਵਾਲਾ ਬੰਦ ਹੈ। ਆਰੰਭਤਾ ਤੋਂ ਜੋ ਸਤਿਗੁਰੂ ਜੀ ਕਿਰਪਾ ਕਰਦੇ ਆ, ਮਾਲਕ ਦੀ ਮਹਿਮਾ ਦਰਸਾ ਰਹੇ ਨੇ, ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਜੀ। ਸਿਮਰੋ ਏਕ ਨਿਰੰਜਨ ਸੋ, ਜਾਤੇ ਬਿਰਥਾ ਜਾਤ ਨਾ ਕੋ। ਪਾਤਸ਼ਾਹ ਕਹਿੰਦੇ ਸਿਮਰੋ ਏਕ ਨਿਰੰਜਨ ਸੋ। ਪਾਤਸ਼ਾਹ ਕਹਿੰਦੇ ਭਾਈ ਸਿਮਰਨਾ ਕਰੋ, ਇੱਕ ਨੂੰ ਸਿਮਰੋ, ਇੱਕ ਨੂੰ ਯਾਦ ਕਰੋ, ਇੱਕ ਦਾ ਧਿਆਨ ਧਰੋ, ਇੱਕ ਨਾਲ ਜੁੜਨਾ ਕਰੋ। ਕਿਹੜਾ ਹੈ ਇੱਕ? ਜਿਹੜਾ ਨਿਰੰਜਨ ਹੈ। ਨਿਰੰਜਨ ਭਾਵ ਜਿਹੜਾ ਬੇਦਾਗ ਹੈ, ਕਾਲਖ ਤੋਂ ਰਹਿਤ ਹੈ, ਉਸ ਮਾਲਕ ਨੂੰ ਸਿਮਰਨਾ ਕਰੋ। ਬਾਕੀ ਆਪਾਂ ਸਾਰੇ ਅੰਜਨ ਵਿੱਚ ਆ। ਅੰਜਨ ਦਾ ਭਾਵ ਹੁੰਦਾ ਗੁਰੂ ਪਿਆਰਿਓ, ਅੰਜਨ ਸੁਰਮੇ ਨੂੰ ਕਹਿੰਦੇ ਆ। ਸੁਰਮੇ ਦਾ ਕੰਮ ਕੀ ਹੈ? ਜਿੱਥੇ ਵੀ ਲੱਗ ਗਿਆ ਉੱਥੇ ਹੀ ਧੱਬਾ, ਉੱਥੇ ਹੀ ਕਾਲਖ। ਸਾਨੂੰ ਪਤਾ ਲੱਗ ਜਾਂਦਾ ਵੀ ਇੱਥੇ ਭਾਈ ਕਾਲਖ ਲੱਗੀ ਹੋਈ ਹੈ, ਧੱਬਾ ਲੱਗਿਆ ਹੋਇਆ ਹੈ, ਇੱਥੇ ਦਾਗ ਲੱਗਿਆ ਕਹਿ ਲਈ ਆਪਾਂ। ਇਹ ਅੰਜਨ ਭਾਵ ਕਿ ਸਾਡੀ ਜ਼ਿੰਦਗੀ ਐਸੀ ਹੈ ਵੀ ਦਾਗਾਂ ਨਾਲ ਹੀ ਭਰੀ ਹੋਈ ਹੈ। ਅਸੀਂ ਕਿਉਂਕਿ ਕਰਮ ਐਸੇ ਕਰਦੇ ਹਾਂ। ਕੋਈ ਵਿਰਲਾ ਹੈ ਜਿਹੜਾ ਬੇਦਾਗ ਜੀਵਨ ਲੈ ਕੇ ਚੱਲਿਆ ਇੱਥੋਂ ਸੰਸਾਰ ਤੋਂ, ਕਿਉਂਕਿ ਸੰਸਾਰ ਨੂੰ ਪਾਤਸ਼ਾਹ ਨੇ ਕਾਲਖ ਦੀ ਕੋਠੜੀ ਕਿਹਾ। ਬਾਬਾ ਜੀ ਦੇ ਆਪਾਂ ਵਚਨ ਪੜ੍ਹਦੇ ਹਾਂ, ਬਾਬਾ ਕਬੀਰ ਸਾਹਿਬ ਮਹਾਰਾਜ ਜੀ ਕਹਿ ਰਹੇ ਨੇ, ਕਬੀਰ ਜਗ ਕਾਜਲ ਕੀ ਕੋਠੜੀ। ਕਾਜਲ ਕੀ ਕੋਠੜੀ, ਕਾਜਲ ਭਾਵ ਕਿ ਇਹ ਇੱਕ ਕਾਲਖ ਦੀ ਕੋਠੜੀ ਹੈ। ਪਾਤਸ਼ਾਹ ਕੀ ਕਹਿੰਦੇ ਆ? ਅੰਧ ਪਰ ਇਸ ਮਾਹੇ, ਕਹਿੰਦੇ ਅੰਧਾ ਮਨ ਗਿਆਨ ਤੋਂ ਬਿਨਾਂ ਇਹਦੇ ਵਿੱਚ ਆ ਵੜਿਆ। ਕਾਲਖ ਦੀ ਕੋਠੜੀ ਦੇ ਵਿੱਚ ਅਗਿਆਨੀ ਮਨ ਆ ਗਿਆ। ਤੇ ਪਾਤਸ਼ਾਹ ਕੀ ਕਹਿੰਦੇ ਆ? ਹਉ ਬਲਿਹਾਰੀ ਤਿਸ ਕੋ ਪੈਸ ਜੋ ਨਿਕਸ ਜਾਹੇ। ਕਹਿੰਦੇ ਅਸੀਂ ਉਹਨਾਂ ਤੋਂ ਬਾਰੇ ਬਾਰੇ ਜਾਣਦੇ ਹਾਂ ਜਿਹੜੇ ਇਸ ਹਨੇਰੇ ਕੋਠੜੀ ਵਿੱਚ ਆ ਕੇ, ਕਾਲਖ ਦੀ ਕੋਠੜੀ ਵਿੱਚ ਆ ਕੇ ਗੁਰੂ ਦਾ ਗਿਆਨ ਲੈ ਕੇ ਪ੍ਰਕਾਸ਼ ਕਰਕੇ ਅੰਦਰ ਆਪਣੇ ਇਸ ਕਾਲਖ ਦੀ ਕੋਠੜੀ ਦੇ ਵਿੱਚੋਂ ਬੇਦਾਗ ਚਲੇ ਜਾਂਦੇ ਹੈ। ਕਹਿੰਦੇ ਉਹਨਾਂ ਤੋਂ ਅਸੀਂ ਬਾਰੇ ਬਾਰੇ ਜਾਣਦੇ ਹਾਂ। ਨਹੀਂ ਤਾਂ ਗੁਰੂ ਪਿਆਰਿਓ ਅੰਧ ਦਾ ਨਾਂ ਲਿਆ ਪਾਤਸ਼ਾਹ ਨੇ। ਬਾਬਾ ਜੀ ਕਹਿੰਦੇ ਆ ਭਾਈ ਅੰਧ ਪਰੇ ਤਸਮਾਹੀ। ਹੁਣ ਅੰਧਾ ਜੀਵ ਕਿਤੇ ਕਾਲਖ ਦੀ ਕੋਠੜੀ ਵਿੱਚ ਵਾੜ ਦਈਏ ਆਪਾਂ, ਜਿਹਦੇ ਨੇਤਰ ਪ੍ਰਕਾਸ਼ ਨਹੀਂ ਹਨ, ਤੇ ਇਹ ਤਾਂ ਨਹੀਂ ਹੋ ਸਕਦਾ ਵੀ ਉਹ ਧੱਬੇ ਤੋਂ ਕਾਲਖ ਤੋਂ ਰਹਿਤ ਹੋ ਕੇ ਚਲਿਆ ਜਾਏਗਾ। ਵੀ ਉਹਨੇ ਤਾਂ ਵਿਚਾਰੇ ਨੇ ਹੱਥ ਮਾਰ ਮਾਰ ਕੇ ਟੋਕੇ ਕੰਧਾਂ ਤੁਰਨਾ, ਦਰਵਾਜ਼ਾ ਲੱਭਣਾ, ਤੇ ਫਿਰ ਹੱਥਾਂ ਨੂੰ ਕਾਲਖ ਲੱਗੀ ਗਈ, ਭਾਵ ਕਿ ਬੇਦਾਗ ਨਹੀਂ ਜਾ ਸਕਦਾ। ਪਰ ਹਾਂ ਜੇ ਗੁਰੂ ਕੀ ਕਿਰਪਾ ਹੋ ਜਾਵੇ, ਨੇਤਰ ਪ੍ਰਕਾਸ਼ ਹੋ ਜਾਣ, ਚਾਨਣ ਹੋ ਜਾਵੇ, ਤੇ ਫਿਰ ਉਹ ਸਿੱਧਾ ਦਰਵਾਜ਼ੇ ਨੂੰ ਜਾ ਕੇ ਨਿਕਲ ਸਕਦਾ ਹੈ। ਇਸੇ ਭਾਵ ਇਹ ਇੱਕ ਸਤਿਗੁਰਾਂ ਨੇ ਸਾਨੂੰ ਉਦਾਹਰਨਾਂ ਦੇ ਕੇ ਸਮਝਾਇਆ ਵੀ ਸੰਸਾਰ ਐਸਾ ਭਾਈਏ, ਇੱਥੇ ਚਾਰੇ ਪਾਸੇ ਭਾਵ ਕਿ ਵਿਸ਼ੇ ਵਿਕਾਰਾਂ ਦੇ ਦਾਗ ਹੀ ਦਾਗ ਨੇ। ਮੋਹ ਮਾਇਆ ਮਮਤਾ ਹਿਤ ਆਦਿ ਕੇ ਵਿਸ਼ੇ ਵਿਕਾਰ ਸਾਰੇ ਦਾਗ ਲਾਉਂਦੇ ਆ। ਇਹਨਾਂ ਤੋਂ ਬਚਣ ਲਈ ਗੁਰੂ ਕਾ ਪ੍ਰਕਾਸ਼ ਗਿਆਨ ਚਾਹੀਦਾ ਹੈ। ਮਾਲਕ ਨੇ ਸਾਨੂੰ ਦੱਸਣਾ ਕੀਤਾ। ਸਾਹਿਬ ਕਹਿੰਦੇ ਗੁਰਬਾਣੀ ਇਸ ਜਗ ਮੈਂ ਚਾਨਣ। ਕਹਿੰਦੇ ਗੁਰਬਾਣੀ ਭਾਈ ਇਹ ਕਾਲਖ ਕੋਠੜੀ ਜਗਤ ਦਾ ਚਾਨਣ ਮਨਾਰਾ ਹੈ।
पर ये गुरबाणी भी पासा कहते कर्म वसै मन आए। कहते भाई जो कर्म करांगे कना वो ढंग तरीका अपनावांगे मालिक की कृपा वाला ते साडी ये मन विच इस कालक की कोठड़ी विच अंधेरे विच आके ये दीवा जल जाएगा। तदे मालिक ने वचन भी कीते गुर का शब्द अयारो दीपा। कहने गुरु के शब्द का दीपक भाई जगाउणा करो अंदर अपने। इस दीपक के द्वारा की होवेगा प्रकाश हो। सतगुरु जी कहने मिटे अंधकार तेह मंदिर। उस मंदिर उस शरीर रूपी मंदिर दे विचों अंधकार जिहड़ा पिया होया नेर धुंध पई हुई आ वो मिट जावेगी जे शब्द का अंदर प्रकाश हो जाएगा फिर मिटेगा। नहीं तो हनेरे विच आपां तुरे फिरदे हां गुरु प्यारिओ। हनेरा ही हनेरा प्रकाश नहीं है। आ बाहरी तौर पर बेशक सानू प्रकाश है दिन चढ़ गया रात्रि नूं लाइटां दा आपां प्रबंध कर लिया प्रकाश है। पर गुरु नानक साहब महाराज सच्चे पातशाह वचन करदिया सानू समझाउंदिया प्यारिओ आ दिन दा प्रकाश सूरज चढ़दा एक बड़ा प्रकाश कर दिंदा है पर रात्रि नूं चंद्रमा चढ़दा बड़ा प्रकाश कर दिंदा है। पासा कहने जिहड़ा तेरे अंदर वाला हनेरा भाई आ जिहड़ा मंदिर मालिक ने बनाया इहदे अंदर ना सूरज जाके काम करे ते ना चंद्रमा काम करे क्योंकि मंदिर दे शरीरक तौर ये तो मंदिर ते जिहड़े साडे भी आ मंदिर बनाए ने जे लाइट ना होवे गुरु प्यारिओ बाहरी तौर ते भावें सूरज आ भी अंदरों प्रकाश नहीं कर सकदा है। चंद्रमा भी यही कर्म है भी अंदर आके प्रकाश नहीं कर सकता है। इसे करके बाबा जी आखना कीता कहते एक छड्डो प्यारिओ सूरज चंद्रमा इत्थे तां पासा जी कहते जे 100 चंदा उग वै 100 चंद्रमा पैदा हो जे प्रकाश हो जे चढ़ जावे सूरज चढ़े 1000 पासा कहते सूरज हजारां ही आ जावन इन्ना चानण हो जावे। साहब कहते इते चानण होंदिया गुर बिन घोर अंधार। कहते गुरु तो बिना इस ज्ञान तो बिना शब्द तो बिना पासा कहते अंधेर धुंध ही है प्रकाश नहीं हो सकता। इसे करके पातशाह कहने गुर का शब्द अजारो दीपा अंदर गुरु के शब्द का प्यारिओ दीपक जगाओ मिटे अंधकार ते मंदिर रतन कोठड़ी खुले अनूपा। फिर पातशाह कहने रत्ना की कोठड़ी भाई अंदरों खुल जाएगी जो प्रकाश हो गया ते प्रकाश हो जाए इस मन नूं। मालिक कहते फिर ये प्रकाश विच रह के इनू मंदे चंगे कर्म का ज्ञान आ जाता है। उस ज्ञान तो कर्म लए फिर कम लए ते कम लैके सही तरीके नाल चले ते पातशाह कहते ये काजल की कोठड़ी विचों ये बेदाग जा सकता है मालिक वालों बेदाग जा सकता क्योंकि वह सच्चे पातशाह अकाल पुरख वाहिगुरु सब कुछ जानते हैं। पर संसारी तौर पर तो छेती करके नहीं कोई बेदाग जा सकता क्योंकि संसार का तो सानू तो उन्हें ज्ञान ही नहीं। असीं तां हर एक नूं दाग ला के वेखदे हां भी इहदे च आ घाट है जी उहदे च आ घाट है आ भाव के इत्थे तां रब नूं भी कोई बख्शदा नहीं है परमात्मा रूप भी कोई आ जावे। इत्थे गुरु नानक साहब दे भी इतिहास आपां पढ़दे हां सतगुरां नूं भी बड़े बोल कबोल दुनिया बोलने कीते बाबा जी ने साडे सामने भी रखिया। सतगुरु जी कहने कोई सानू आखदा सी भी इहनूं भूत चमड़िया तां भूत ना बन गया कैसे कर्म करदा है। कोई कहना सी बेताला हो गया दा दिमाग हिल चलिया है कोई कुछ कहना सी कोई कुछ कहना सी। पर गुरु पातशाह की कहने है कोई आखे भूत ना को कहे बेताला भया दीवाना साह का नानक बौराना। कहते भाई असीं तां मालिक नाल जुड़े हाँ परमात्मा दे प्यार विच बहिंदे उठदे करदे हां। ये दुनिया की जाने दुनिया नहीं जानती। दुनिया तो गुरु प्यारिओ आपां सारे वेखदे हाँ सुणदे हाँ वरतदे भी हाँ ये कर्म सारे आपां क्योंकि साडी सोच केवल दुनियावी है दुनिया ते खड़ी है। कोई विरले ने रब दे प्यारे जिन्हां ते कृपा है भी अगांह वधू ख्याल विच हाँ नहीं तो बस उत्थे ही घुमण घेरियां विच छोटी सोच साडी। ते इसे करके सो सतगुरां ने कृपा कीती है भी मालिक वल्लों भाई जिन्हें ज्ञान लै गया सच नाल जुड़ के जीवन जिउणा कीता ओह इह संसार विचों बेदाग चले जांदी है।
ਸੁਰਖਰੂ ਹੋ ਕੇ ਚਲੇ ਜਾਂਦੇ ਆ। ਤੇ ਉਹਨਾਂ ਨੂੰ ਬਾਬਾ ਜੀ ਕਹਿੰਦੇ ਆ, ਹਉ ਬਲਿਹਾਰੀ ਤਿਨ ਕੋ ਪੈਸ ਜੋ ਨਿਕਸ ਜਾਏ। ਕਹਿੰਦੇ ਅਸੀਂ ਉਹਨਾਂ ਤੋਂ ਵਾਰੇ ਵਾਰੇ ਬਲਿਹਾਰੇ ਸਦਕੇ ਜਾਂਦੇ ਆ, ਕੁਰਬਾਨ ਜਾਂਦੇ ਆ ਉਹਨਾਂ ਤੋਂ, ਜਿਹੜੇ ਐਸਾ ਜੀਵਨ ਲੈ ਕੇ ਜਾਂਦੇ ਆ। ਤਾਂ ਤੇ ਆਓ ਸਤਿਗੁਰੂ ਜੀ ਅੱਜ ਸਾਨੂੰ ਵੀ ਇਹ ਕਿਰਪਾ ਕਰਦੇ ਆ, ਕਹਿ ਰਹੇ ਨੇ ਵੀ ਆ ਪਿਆਰਿਓ, ਉਸ ਮਾਲਕ ਨੂੰ ਸਿਮਰਨਾ ਕਰੋ, ਉਸ ਇੱਕ ਦੀ ਯਾਦ ਵਿੱਚ ਬੈਠੋ। ਉਹ ਜਿਹੜਾ ਨਿਰੰਜਨ ਹੈ, ਬੇਦਾਗ ਹੈ, ਜਿਹਦੇ ਵਿੱਚ ਸਮਰੱਥਾ ਸਾਨੂੰ ਵੀ ਬੇਦਾਗ ਕਰ ਦੇਗਾ, ਸਾਡੇ ਵੀ ਦਾਗ ਧੋਣ ਦੀ ਜਿਹੜਾ ਸਮਰੱਥਾ ਰੱਖਦਾ, ਉਹਦਾ ਸਿਮਰਨ ਕਰੋ। ਪਾਤਸ਼ਾਹ ਕਹਿੰਦੇ ਨੇ, ਸਿਮਰੋ ਏਕ ਨਿਰੰਜਨ ਸੋ ਜਾਤੇ ਬਿਰਥਾ ਜਾਤ ਨਾ ਕੋ। ਜਿਹਦੇ ਕੋਲੋਂ ਕੋਈ ਬਿਰਥਾ ਨਹੀਂ ਜਾਂਦਾ, ਭਾਵ ਕੋਈ ਖਾਲੀ ਨਹੀਂ ਜਾਂਦਾ। ਜੋ ਵੀ ਸਿਮਰਨ ਕਰਦਾ ਉਸ ਵਾਹਿਗੁਰੂ ਦਾ, ਜਿੰਨਾ ਵੀ ਕਰਦਾ, ਉਹ ਮੇਰਾ ਮਾਲਕ ਲਾਹਾ ਦਿੰਦਾ, ਲਾਭ ਦਿੰਦਾ ਹੈ, ਹਾਨੀ ਕੋਈ ਨਹੀਂ ਹੁੰਦੀ। ਇਹ ਯਾਦ ਰੱਖੀਏ, ਕਿਉਂਕਿ ਪਾਤਸ਼ਾਹ ਦੇ ਆਪਾਂ ਬਚਨ ਪੜ੍ਹਦੇ ਹਾਂ ਬੜੀ ਵਾਰ। ਸਾਹਿਬ ਆਖਦੇ ਆ, ਕਬੀਰ ਏਕ ਘੜੀ ਆਦਿ ਘੜੀ ਆਦਿ ਹੂੰ ਤੇ ਆਦ ਭਗਤਨ ਸੇਤੀ ਗੋ ਸਟੇ ਜੋ ਕੀਨੋ ਸੋ ਲਾਭ। ਕਹਿੰਦੇ ਭਗਤ ਪਿਆਰਿਆਂ ਦੇ ਭਾਈ ਬਚਨ ਨੂੰ ਸਰਵਣ ਕਰੀਏ। ਆ ਸਾਰੇ ਆਪਾਂ ਭਗਤਾਂ ਕੀ ਬਾਣੀ, ਗੁਰੂ ਸਾਹਿਬਾਨਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਨੂੰ ਪੜ੍ਹਦੇ ਹਾਂ। ਜੇ ਕਿਤੇ ਅਸੀਂ ਪਿਆਰ ਵਿੱਚ ਪੜ੍ਹੀਏ, ਭਾਈ ਸਰਵਣ ਕਰੀਏ, ਜਿੰਨਾ ਸਮਾਂ ਵੀ ਮਰਜੀ। ਕਹਿੰਦੇ ਇੱਕ ਘੜੀ ਕਰ ਲੈ ਪਿਆਰਿਆ, ਇੱਕ ਘੜੀ ਨਹੀਂ ਹੋ ਰਿਹਾ, ਅੱਧੀ ਕਰ ਲੈ। ਅੱਧੀ ਦਾ ਵੀ ਸਮਾਂ ਨਹੀਂ, ਤੇ ਉਦੋਂ ਵੀ ਅੱਧੀ ਭਾਵ ਕੇ ਕਿੰਨਾ ਸਾਨੂੰ ਕਿਹਾ ਵੀ ਘੱਟ ਤੋਂ ਘੱਟ ਸਮਾਂ ਵੀ ਕੱਢ ਲੈ ਪਿਆਰਿਆ। ਕੱਢਣਾ ਤਾਂ ਕਰ, ਤੇ ਨਾਲ ਇਹ ਦੱਸਿਆ ਵੀ ਜਿੰਨਾ ਸਮਾਂ ਵੀ ਕੱਢੇਗਾ, ਹਾਨੀ ਕੋਈ ਨਹੀਂ ਹੋਊ, ਘਾਟਾ ਕੋਈ ਨਹੀਂ ਪਵੇਗਾ, ਦੁੱਖ ਕੋਈ ਨਹੀਂ ਹੋਵੇਗਾ, ਪਛਤਾਵਾ ਕੋਈ ਨਹੀਂ ਹੋਵੇਗਾ, ਲਾਭ ਹੀ ਲਾਭ ਹੋਏਗਾ, ਲਾਹਾ ਹੀ ਲਾਹਾ ਹੋਏਗਾ। ਪਛਤਾਵਾ ਤਾਂ ਗੁਰੂ ਪਿਆਰਿਓ ਉਹ ਹੁੰਦਾ ਜਦੋਂ ਮਾੜੇ ਕਰਮ ਕੀਤੇ ਸਾਹਮਣੇ ਆਉਂਦੇ, ਤੇ ਫਿਰ ਆਪਾਂ ਕਹਿੰਦੇ ਆ ਬਈ ਕਿਤੇ ਪਤਾ ਹੁੰਦਾ ਵੀ ਇੰਨਾ ਕੁਝ ਭੁਗਤਣਾ ਪਊਗਾ, ਨਾ ਕਰਦੇ, ਪਤਾ ਹੁੰਦਾ। ਪਰ ਗੁਰੂ ਪਿਆਰਿਓ ਇਹ ਵੀ ਪਛਤਾਵਾ ਹੀ ਰਹਿ ਜਾਂਦਾ ਵੀ ਜਦੋਂ ਪਤਾ ਲੱਗਦਾ ਹੈ ਬਈ ਭਾਈ ਸਤਿਗੁਰੂ ਦੀ ਸੰਗਤ ਦਾ ਐਡਾ ਲਾਹਾ, ਬਾਣੀ ਪੜਨ ਨਾਲ ਇੰਨਾ ਗਿਆਨ, ਇੰਨੀ ਮਹਿਮਾ, ਵਡਿਆਈ, ਮਾਣ, ਫੇਰ ਵੀ ਪਛਤਾਵਾ ਹੁੰਦਾ ਬੜਿਆਂ ਨੂੰ ਵੀ ਜੇ ਕਿਤੇ ਪਤਾ ਹੁੰਦਾ ਥੋੜਾ ਹੋਰ ਜਪਿਆ ਕਰਦੇ, ਥੋੜਾ ਹੋਰ ਆਪਾਂ ਕਰਿਆ ਕਰਦੇ। ਬੜਿਆਂ ਨੂੰ ਪਛਤਾਵਾ ਹੁੰਦਾ ਹੈ। ਬੜੀ ਵਾਰ ਮਾਫ ਕਰਨਾ ਗੁਰੂ ਪਿਆਰਿਓ ਵੀ ਸਾਡੇ ਵੀ, ਅਸੀਂ ਵੀ ਜਦੋਂ ਵਿਦਿਆਰਥੀ ਰੂਪ ਵਿੱਚ ਪੜ੍ਹਦੇ ਸੀ ਮਹਾਂਪੁਰਸ਼ਾਂ ਦੇ ਕੋਲੇ, ਮਹਾਂਪੁਰਸ਼ਾਂ ਨੇ ਬੜਾ ਕਹਿਣਾ, ਆ ਜਾਓ ਭਾਈ, ਸਾਰਿਆਂ ਨੂੰ ਬੇਅੰਤ ਵਿਦਿਆਰਥੀ ਸੀ, ਕਥਾ ਰੋਜ਼ਾਨਾ ਕਰਿਆ ਕਰਨੀ ਉਹਨਾਂ ਨੇ, ਆ ਜਾਓ ਬਹਿ ਜਾਓ। ਤੇ ਉਸ ਸਮੇਂ ਬੜਾ ਮਨ ਵਿੱਚ ਹੁੰਦਾ ਵੀ ਬਾਬੇ ਆਪ ਤਾਂ ਥੱਕਦੇ ਨਹੀਂ, ਵੀ ਸਾਨੂੰ ਵੀ ਨਹੀਂ ਬੈਠਣ ਦਿੰਦੇ, ਆਰਾਮ ਹੀ ਨਹੀਂ ਕਰਨ ਦਿੰਦੇ। ਪਰ ਉਹ ਜੋ ਸੁਣਿਆ ਹੋਇਆ, ਸੰਗਤ ਕੀਤੀ ਹੋਈ, ਉਹਨਾਂ ਦੇ ਬਚਨ ਸੁਣੇ ਹੋਏ ਵੀ ਅੱਜ ਵੀ ਮਨ ਵਿੱਚ ਆਉਂਦੇ ਆ ਵੀ ਜੇ ਕਿਤੇ ਉਹਨਾਂ ਦੇ ਇੰਨਾ ਭਾਵ ਮੰਨਿਆ ਕਰਦੇ, ਹਰ ਇੱਕ ਨਿਤਾ ਨੇਮ ਹੀ ਰੋਜ਼ਾਨਾ ਹੀ ਜਿੰਨਾ ਸਮਾਂ ਲਾਉਂਦੇ ਬੈਠਿਆ ਕਰਦੇ, ਕਿੰਨਾ ਗਿਆਨ ਹੁੰਦਾ। ਭਾਵ ਇਹ ਵੀ ਪਛਤਾਵੇ ਰਹਿ ਜਾਂਦੇ ਆ। ਬੜੇ ਪੜ੍ਹਾਈਆਂ ਤੌਰ ਤੇ ਪੜ੍ਹਦੇ ਆ, ਤੇ ਜਦੋਂ ਕੋਈ ਨਾਲ ਦੇ ਅੱਗੇ ਲੰਘ ਜਾਂਦੇ ਆ, ਮਨ ਵਿੱਚ ਹੁੰਦਾ ਵੀ ਕਿਤੇ ਆਪਾਂ ਵੀ ਉਹਨਾਂ ਸਮਿਆਂ 'ਚ ਏਦਾਂ ਮਿਹਨਤ ਕਰ ਲੈਂਦੇ, ਅੱਜ ਆਪਾਂ ਵੀ ਆਹ ਪਦਵੀ ਤੇ ਹੁੰਦੇ, ਅੱਜ ਆਪਾਂ ਵੀ ਇੱਥੇ ਪਹੁੰਚੇ ਹੁੰਦੇ ਆ। ਭਾਵ ਕਿ ਹਰ ਇੱਕ ਕਰਮ ਦਾ ਪਛਤਾਵਾ ਰਹਿ ਜਾਂਦਾ ਹੈ। ਇਸੇ ਕਰਕੇ ਬਾਬਾ ਜੀ ਕਹਿੰਦੇ, ਪਿਆਰਿਆ, ਬੜੇ ਪਿਆਰ ਵਿੱਚ ਕਹਿ ਰਹੇ ਨੇ, ਉਹ ਘੜੀ ਕਰ ਲਿਆ ਕਰ, ਇੱਕ ਸੰਗਤ ਘੜੀ ਹੋਈ ਕਰ ਲੈ। ਘੜੀ ਦਾ ਸਮਾਂ ਨਹੀਂ, ਅੱਧੀ ਘੜੀ ਕਰ ਲੈ, ਅੱਧੀ ਘੜੀ ਦਾ ਨਹੀਂ, ਉਦੋਂ ਵੀ ਭਾਵ ਘਟਾ ਕੇ ਕਰਤਾ ਲੈ, ਪਰ ਤੈਨੂੰ ਕਦੇ ਹਾਨੀ ਨਹੀਂ ਹੋ, ਘਾਟਾ ਨਹੀਂ ਪਊ, ਇਸ ਕਰਮ ਦਾ ਲਾਹਾ ਹੀ ਮਿਲੇਗਾ। ਪਰ ਅਫਸੋਸ ਕਿੰਨਾ ਸੁਣਦੇ ਆ ਆਪਾਂ, ਕਿੰਨਾ ਸੁਣਦੇ ਆ, ਕਿੰਨਾ ਬਾਰ-ਬਾਰ। ਹਰ ਇੱਕ ਰੱਬ ਦਾ ਪਿਆਰਾ, ਗੁਰਮੁਖ ਪਿਆਰਾ, ਕਥਾਗਰ, ਸੰਤ ਜਨ, ਭਗਤ ਜਨ ਸਾਰੇ ਕਹਿੰਦੇ ਹੈ ਬਈ ਸੰਗਤ ਕਰੋ ਭਾਈ, ਸੰਗਤ ਕਰੋ, ਲਾਭ ਮਿਲੇਗਾ। ਪਰ ਕਿੰਨਾ ਕੁ ਮਨ ਸਾਡਾ ਆਖੀ ਲੱਗਦਾ ਹੈ, ਕਿੰਨੀ ਕੁ ਸੰਗਤ ਆਪਾਂ ਕਰ ਰਹੇ ਹਾਂ, ਕਿੰਨੀ ਕੁ ਸਾਡੀ ਗਿਣਤੀ ਹੁੰਦੀ ਆ ਗੁਰੂ ਦਰਬਾਰਾਂ ਵਿੱਚ। ਭਾਵ ਕੀ ਹੈ ਬਈ ਅਫਸੋਸ ਹੈ ਵੀ ਇੰਨਾ ਸਾਨੂੰ ਭਾਈ ਹੋਕਾ, ਉਹ ਵੀ ਅਸੀਂ ਸਰਵਣ ਕਰਕੇ ਮੰਨ ਨਹੀਂ ਰਹੇ ਹਾਂ। ਉਹ ਵੀ ਸਾਡੇ ਕੋਲ ਇੰਨਾ ਕੁ ਸਮਾਂ ਵੀ ਨਹੀਂ ਹੈ, ਇੰਨਾ ਕੁ ਸਮਾਂ ਵੀ ਭਾਵ ਸਾਡੇ ਕੋਲੇ ਵਾਰਤਾ ਨਹੀਂ, ਐਡਾ ਸਾਡਾ ਭਾਵ ਕਿ ਦੁਨਿਆਵੀ ਕਰਮ ਵਧਿਆ ਹੋਇਆ। ਸੋ ਮਾਫ ਕਰਨਾ, ਸਤਿਗੁਰੂ ਕਿਰਪਾ ਕਰਨ, ਸਾਡਾ ਮਨ ਕਿਤੇ ਸਮਝ ਵਿੱਚ ਆ ਜਾਵੇ, ਸਾਨੂੰ ਇਹ ਗੱਲ ਦੀ ਸਮਝ ਆ ਜੇ, ਅਸੀਂ ਲਾਹਾ ਲਈਏ। ਪਾਤਸ਼ਾਹ ਕਹਿੰਦੇ ਨੇ, ਸਿਮਰੋ ਏਕ ਨਿਰੰਜਨ ਸੋ ਜਾਤੇ ਬਿਰਥਾ ਜਾਤ ਨਾ ਕੋ।
वो तो कोई भी खाली नहीं जाता। पातशाह कहते ने मात गर्भ अगे पातशाह कहते मात गर्भ में जन प्रत पारिया जियो पिंड दे साज सवारिया। पातशाह कहते मात गर्भ में जन प्रत पारिया कहते जिन्हें प्यारिया तेनू माता दे उदर विच पालना कीता है, तेरा सारा प्रबंध किया है, किन्ना समा माता दे गर्भ विच आपां रहे। पातशाह कहते जिन्हें उत्थे प्रत पालना की, अज तेनू बड़ा फिक्र होया पिया भी किद्दां रोटी चलेगी, किवें कारोबार साडा चलेगा। जे किते घड़ी गुरु दरबार च बह के पता नहीं की इत्थे नेरियां आ जाणगियां, बड़ा कुछ कहने असीं। बाणी पढ़न लागे पता नहीं की हाल हो जो साडा भाव साडा तां भाई एक एक बड़े कहणगे मिंट मिंट सहाई है जी साडा, मिंट मिंट सहाई। सहाई तो उदों पता लगता जो कर्म ज्ञान भाव के अंदरों प्रकाश हुंदा है भी सहाई की है। ते जिन्हों असीं मन्नी बैठे आ कुछ सहाई नहीं प्यारिओ, किते विचार के वेख लईए। सीधे तौर ते गल सेती नहीं साडे समझ विच आउंदी। पातशाह कहंदे ने प्यारिआ सहाई जो तेरी है ये सच ने सहायता करनी है, नाम ने सहायता करनी है। महापुरुष पढ़दे हुंदे धारना भाव आपां सारी सुणदे ही रहने आ। उत्थे नाम ने सहायता करनी जिथे ना कोई मात पिता, भाव के सब तो अहम रिश्ता तो माता पिता दा ही है ना, बाकी तो बाच ने। बई जिथे अहम रिश्ता भी नहीं निभा सकदा तेरा साथ, होर तां की निभाएगा। उत्थे भाई ये मात पिता दे थां ते भी परमेश्वर दा नाम, ओदी याद, ओ सच, ओदी संगत ये सहायता करदी है। इसे करके साहिब रहमत कर ने सानू समझाउंदे आ भी आ प्यारिआ माता दे गर्भ विच भी तेरी प्रत पालना कीती है, याद रख। ते अज भी वो करेगा, करदा है। वो कोई ना कोई बहाना, कोई ना कोई वो जरिया, कोई ना कोई वो कारण बना ही दिंदा है परमेश्वर परमात्मा वाहिगुरु। क्योंकि कारण करते वस है जिन कल रखी धार। पातशाह कहने वो कारण करते दे हथ विच है। करता पुरख जिन्हों आपां कहने आ, ये बचन जे आपां पढ़दे किते विश्वास बन जाए भाई साडा, आपां कहने तां भी करता पुरख, भी वो करता पुरख है, सब कुछ करन दी समर्था रखदा है। वो फिर साडे कारज किवें नहीं करेगा, कर सकदा है। विश्वास होवे क्योंकि करना उहने है, करदा भी है। ते इसे करके पातशाह कहंदे प्यारिआ वेख किते सोच विचार के बैठ, मन नूं टका के कदे सोचना कर भी माता दे उदर विच तेरी प्रत पालना किने कीती, किवें कीती, किवें रखिया होई तेरी। ते उदों बाद विच फिर बालपण चलदा है, फिर भी तेरी रखिया माता पिता दे रूप विच कर रिहा है। कई बार ऐसी नौबत आ जाती है अनाथ हो जाते बच्चे, जमद्या बच्चा भाव माता पिता तज जाते है तो उन्होंने भी पालना पोषणा किसी ना किसी रूप विच करदा आ रहा, करदा है, करदा गुरु प्यारिओ। कोई ना कोई जरिया कारण बना ही दिंदा है। इसे करके पातशाह कहते कदे बैठ के सोच, सतपुरुष यही कहते प्यारिओ अमृत वेले तो शामां तक काम करदे किते 5-7 मिनट बैठ के असी सारे अपना दिन लंघाई नूं बाच लईए। सवेर तो शाम तक की कीता, किदां दा कीता, किहड़ा कर्म चंगा कीता, किहड़ा माड़ा कीता, किवें होया, किते 5-7 मिनट कढ के वेखीए। हौली हौली फिर ज्ञान विच वाधा आउंदा है, फिर विश्वास हुंदा है, फिर मन कहंदा भी आ किहड़े अज शरीर दिता आ पिंडा दिता है, तेरे साजना सवारना कीती है।
ਜਿਉ ਪਿੰਡ ਦੇ ਸਾਜ ਸਵਾਰਿਆ। ਤੇ ਅੱਗੇ ਮਾਲਕ ਕਹਿੰਦੇ ਆ ਸੋਈ ਵਿਧਾਤਾ ਖਿਨ ਖਿਨ ਜਪੀਐ, ਜਿਸ ਸਿਮਰਤ ਅਵਗੁਣ ਸਭ ਢਕੀਐ। ਸਾਹਿਬ ਕਹਿੰਦੇ ਸੋਈ ਵਿਧਾਤਾ, ਉਹ ਜਿਹੜਾ ਵਿਧਾਤਾ ਮਾਲਕ ਹੈ, ਪਰਮਾਤਮਾ ਹੈ, ਉਹਨੂੰ ਖਿਨ ਖਿਨ ਮਾਤਰ ਭਾਵ ਕੇ ਸਮੇਂ ਦੇ ਨਾਲ, ਜਿਵੇਂ ਸੈਂਕਸ਼ਨ ਕਹਿ ਲਈਏ, ਇੱਥੇ ਭਾਵੇਂ ਆਪਾਂ ਸਕਿੰਟ ਸਕਿੰਟ ਕਹਿ ਲਈਏ, ਜਿਹੜਾ ਬੋਲੀ ਸਾਨੂੰ ਸਮਝ ਆਉਂਦੀ ਹੈ ਬਈ ਭਾਈ, ਸਾਹ ਸਾਹ ਦੇ ਨਾਲ, ਸਕਿੰਟ ਸਕਿੰਟ ਨਾਲ ਉਹਨੂੰ ਜਪਣਾ ਕਰੀਏ, ਉਹਨੂੰ ਭੁੱਲੀਏ ਨਾ। ਉਹ ਕਰਮ ਵਿਧਾਤਾ ਸਾਡਾ ਮਾਲਕ ਵਾਹਿਗੁਰੂ ਹੈ ਜਿਹੜਾ, ਕਹਿੰਦੇ ਉਹਦਾ ਜਾਪ ਜਪੀਏ ਭਾਈ, ਉਹਦੀ ਮਹਿਮਾ ਗਾਈਏ, ਉਹਦੀਆਂ ਵਡਿਆਈਆਂ ਕਰੀਏ। ਜਿਸ ਸਿਮਰਤ, ਜਿਹਦੇ ਸਿਮਰਨ ਦੇ ਨਾਲ, ਜਿਹਦੀ ਯਾਦ ਦੇ ਨਾਲ ਪਾਸਾ ਕਹਿੰਦੇ ਅਵਗੁਣ ਸਭ ਢਕੀਐ, ਜਿਹਦੀ ਯਾਦ ਨਾਲ ਸਾਰੇ ਔਗੁਣ ਢਕੇ ਜਾਂਦੇ ਆ। ਪਿਆਰਿਓ, ਜਿੰਨੇ ਮਰਜੀ ਸਾਡੇ ਵਿੱਚ ਅਵਗੁਣ ਹੋਣ ਕਨਾ ਔਗੁਣ, ਪਾਸਾ ਕਹਿੰਦੇ ਆ ਜੇ ਕਿਤੇ ਮਾਲਕ ਦੀ ਯਾਦ ਵਿੱਚ ਬੈਠ ਜਾਈਏ, ਉਹਦੀ ਯਾਦ ਵਿੱਚ ਲੱਗ ਜਾਈਏ, ਕਹਿੰਦੇ ਸਾਰੇ ਔਗੁਣ ਢਕੇ ਜਾਂਦੇ ਆ। ਸੋਈ ਵਿਧਾਤਾ ਖਿਨ ਖਿਨ ਜਪੀਏ। ਪਾਸਾ ਕਹਿੰਦੇ ਨੇ ਜਿਸ ਸਿਮਰਤ ਅਵਗੁਣ ਸਭ ਢਕੀਐ। ਉਸ ਮਾਲਕ ਨੂੰ ਕਦੇ ਵਿਸਾਰੀਏ ਨਾ। ਸਨ ਸਨ ਦਾ ਭਾਵ ਇਹੀ ਹੈ ਵੀ ਸਾਹ ਸਾਹ ਦੇ ਨਾਲ ਜਪਣਾ, ਉਹਨੂੰ ਯਾਦ ਰੱਖਣਾ, ਜਪਦੇ ਜਾਈਏ। ਜੇ ਜਪਣ ਲੱਗ ਜਾਵਾਂਗੇ, ਪਾਤਸ਼ਾਹ ਕਹਿੰਦੇ ਉਹਦੇ ਸਿਮਰਨ 'ਚ ਇਹ ਤਾਕਤ ਹੈ ਭਾਈ, ਸਾਰੇ ਅਵਗੁਣ ਢਕੇ ਜਾਂਦੇ ਆ, ਅਵਗੁਣ ਢਕੇ ਜਾਂਦੇ ਆ। ਹੁਣ ਦੇਖੀਏ ਇਤਿਹਾਸ ਵੱਲ ਨੂੰ ਆਪਾਂ ਜਾ ਕੇ, ਗਨਕਾ ਨੂੰ ਪਾਪਣ ਕਿਹਾ ਕਿਉਂਕਿ ਪਾਪ ਕਰਮ ਕਮਾਉਂਦੀ ਸੀ। ਮਾਲਕ ਦੀ ਹੋਈ ਰਹਿਮਤ, ਸਾਧੂ ਦਾ ਹੋਇਆ ਸੰਗ, ਤੇ ਸਾਧੂ ਨੇ ਜੁਗਤੀ ਦਿੱਤੀ, ਤੋਤਾ ਦੇ ਦਿੱਤਾ ਰਾਮ ਨਾਮ ਕਹਿਣ ਵਾਲਾ। ਕਹਿੰਦੇ ਲਾਏ ਬੱਚਾ ਰਾਮ ਨਾਮ ਜਪਾਇਆ ਕਰ ਇਹਨੂੰ। ਐਸਾ ਰਾਮ ਨਾਮ ਜਪਾਉਣ ਲੱਗੀ ਪਿਆਰਿਓ, ਜਿਹਨੂੰ ਸਾਰੇ ਗਨਕਾ ਕਹਿੰਦੇ ਸੀ, ਪਾਪਣ ਕਹਿੰਦੇ ਸੀ, ਤੇ ਹੌਲੀ ਹੌਲੀ ਵਡਿਆਈ ਵੱਧਦੀ ਗਈ, ਮਹਿਮਾ ਦੁਨੀਆ 'ਚ ਪਤਾ ਲੱਗ ਗਿਆ ਭਾਈ ਇਹਨੇ ਪਾਪ ਕਰਮ ਛੱਡ ਦਿੱਤੇ, ਤਾਂ ਰਾਮ ਨਾਮ ਜਪਦੀ, ਉਹਦੇ ਸਾਰੇ ਪਾਪ ਧੋਤੇ ਗਏ। ਭਾਵ ਕਿ ਦੁਨੀਆ ਦੀ ਨਿਗਾਹ ਵਿੱਚ ਉਹ ਵੀ ਇੱਕ ਭਗਤ ਨਹੀਂ ਬਣ ਗਈ ਹੈ। ਏਦਾਂ ਹੀ ਅਜਾਮਲ ਦਾ, ਆਪਾਂ ਜਿਹਨੂੰ ਪਾਤਸ਼ਾਹ ਕਹਿੰਦੇ ਨੇ, ਅਜਾਮਲ ਨੂੰ ਵੀ ਪਾਪੀ ਕਹਿੰਦੇ ਸੀ ਦੁਨੀਆਦਾਰ, ਗਨਕਾ ਨੂੰ ਵੀ। ਗਨਕਾ ਪਾਪਣ ਹੋਏ ਕੈ, ਭਾਈ ਸਾਹਿਬ ਦੇ ਬਚਨ ਪੜ੍ਹਦੇ ਆ, ਪਾਪਾਂ ਦਾ ਗਲ ਹਾਰ ਪਰੋਤਾ, ਉਹਨੂੰ ਵੀ ਪਾਪਣ ਕਿਹਾ। ਭਾਈ ਸਾਹਿਬ ਇਧਰ ਗੁਰੂ ਕੀ ਬਾਣੀ ਦੁਆਰਾ ਸਾਹਿਬ ਕਹਿੰਦੇ ਆ ਅਜਾਮਲ ਪਾਪੀ ਜਗ ਜਾਣੈ। ਅਜਾਮਲ ਨੂੰ ਪਾਪੀ ਕਹਿੰਦੀ ਆ ਦੁਨੀਆ, ਤੇ ਉਧਰ ਸਾਧੂਆਂ ਨੇ ਉਹ ਤੇ ਵੀ ਕਿਰਪਾ ਕੀਤੀ ਰੱਬ ਦੇ ਪਿਆਰਿਆਂ ਨੇ। ਬੱਚੇ ਨੇ ਜਨਮ ਲੈਣਾ ਸੀ ਗ੍ਰਹਿ ਵਿਖੇ, ਕਹਿੰਦੇ ਲੈ ਪਿਆਰਿਆ, ਜਿਸ ਬੱਚੇ ਦੀ ਪੈਦਾਇਸ਼ ਹੋਣੀ ਹੈ ਉਹਦਾ ਨਾਮ ਨਾਰਾਇਣ ਰੱਖ ਲਈ, ਉਹਦੇ ਨਾਲ ਪਿਆਰ ਕਰੀ, ਰੱਬ ਜਾਣ ਕੇ ਨਾਰਾਇਣ ਪਰਮਾਤਮਾ ਨੂੰ ਜਾਣੀ। ਤੇ ਉਦਾਂ ਹੀ ਕੀਤਾ, ਜਾਪ ਜਪਦੇ ਗਏ, ਪਿਆਰ ਕੀਤਾ, ਤੇ ਉਹਦੇ ਸਾਰੇ ਅਵਗੁਣ ਧੋਤੇ ਗਏ। ਉਹ ਵੀ ਦੁਨੀਆ ਵਿੱਚ ਭਾਵ ਕੇ ਪ੍ਰਸਿੱਧ ਹੋ ਗਿਆ ਵੀ ਅਜਾਮਲ ਭਾਈ ਹੁਣ ਪਾਪੀ ਨਹੀਂ ਹੈ, ਪਾਪ ਕਰਮ ਛੱਡਤੇ ਨੇ, ਹੁਣ ਤਾਂ ਰੱਬ ਦਾ ਨਾਮ ਜਪਦਾ। ਹੋਰ ਬੜਿਆਂ ਦੇ ਇਤਿਹਾਸ ਹੈ ਜਿਹੜੇ ਸਾਹਿਬ ਦੀ ਬਾਣੀ ਨਾਲ, ਸਤਿਗੁਰੂ ਦੇ ਬਚਨਾਂ ਨਾਲ, ਸਾਧੂ ਕੇ ਬਚਨਾਂ ਦੀ ਕਮਾਈ ਕੀਤੀ, ਜਿਨ੍ਹਾਂ ਉਹਨਾਂ ਤੇ ਰਹਿਮਤ ਹੋ ਗਈ, ਉਹਨਾਂ ਦੇ ਸਾਰੇ ਹੀ ਅਵਗੁਣ ਢੱਕ ਦਿੱਤੇ ਇਸ ਨਾਮ ਨੇ, ਇਸ ਸੱਚ ਨੇ। ਇਸੇ ਕਰਕੇ ਪਾਤਸ਼ਾਹ ਕਹਿੰਦੇ ਆ ਵੀ ਜਿਹਦਾ ਸਿਮਰਨ ਐਸਾ ਪਿਆਰਿਓ, ਜੇ ਅਸੀਂ ਸਿਮਰਨ ਕਰਾਂਗੇ, ਉਹ ਸਿਮਰਨ ਸਾਰੇ ਸਾਡੇ ਅਵਗੁਣ ਢੱਕ ਦਿੰਦਾ ਹੈ, ਅਵਗੁਣ ਢੱਕ ਦਿੰਦਾ ਹੈ। ਪਾਤਸ਼ਾਹ ਕਹਿੰਦੇ ਜਿਸ ਸਿਮਰਤ ਅਵਗੁਣ ਸਭ ਢਕੀਏ। ਤੇ ਅੱਗੇ ਪਾਤਸ਼ਾਹ ਚਰਨ ਕਮਲ ਔਰ ਅੰਤਰ ਧਾਰੋ, ਵੇਖਿਆ ਬਨ ਤੇ ਜਿਉ ਉਧਾਰੋ। ਪਾਤਸ਼ਾਹ ਕਹਿੰਦੇ ਚਰਨ ਕਮਲ ਔਰ ਅੰਤਰ ਧਾਰੋ, ਔਰ ਹਿਰਦੇ ਨੂੰ ਕਹਿੰਦੇ ਆ, ਅੰਤਰ ਹਿਰਦੇ ਦੇ ਵਿੱਚ। ਪਾਤਸ਼ਾਹ ਕਹਿੰਦੇ ਮਾਲਕ ਦੇ ਚਰਨਾਂ ਕਮਲਾਂ ਨੂੰ ਆਪਣੇ ਹਿਰਦੇ ਵਿੱਚ ਟਿਕਾਉਣਾ ਕਰੋ ਭਾਈ। ਹੁਣ ਜੇ ਅਸੀਂ ਚਰਨ ਕਮਲ ਸੋਚਾਂਗੇ ਵੀ ਕਿਹੜੇ ਚਰਨ ਨੇ, ਚਰਨ ਪੈਰਾਂ ਨੂੰ ਕਹਿੰਦੇ ਆ, ਕਮਲ ਹੱਥਾਂ ਨੂੰ ਕਹਿੰਦੇ ਆ। ਹੁਣ ਮਾਲਕ ਦੇ ਹੱਥ ਤੇ ਪੈਰ ਕਿਹੜੇ ਜਾਣੀਏ ਆਪਾਂ, ਕਿਉਂਕਿ ਮਾਲਕ ਸਾਰਿਆਂ ਵਿੱਚ ਵਸਿਆ ਹੋਇਆ, ਸਾਰਿਆਂ ਦਾ ਵਜੂਦ ਹੋ। ਇੱਥੇ ਆਪਾਂ ਸਾਹਿਬ ਦੀ ਜੇ ਉਸਤਤ ਕਰੀਏ ਵੀ ਸਾਡੇ ਸਤਿਗੁਰੂ ਦੇ ਚਰਨਾਂ ਕਮਲਾਂ ਨੂੰ ਹਿਰਦੇ 'ਚ ਵਸਾਈਏ। ਹੁਣ ਸਤਿਗੁਰੂ ਦੇ ਚਰਨ ਕਮਲ ਇਹ ਗੁਰੂ ਕੇ ਸ਼ਬਦ ਨੇ, ਕਿਉਂਕਿ ਆਪਾਂ ਇਹ ਪੜ੍ਹਦੇ ਹਾਂ
भी भाई प्रगट गुरां की देह है। गुरु ग्रंथ साहिब महाराज सच्चे पातशाह, ये भी आप बचन पढ़ते हैं। बाणी गुरु, गुरु है बाणी, कहने बाणी गुरु का स्वरूप है भाई। बाणी गुरु का स्वरूप ते गुरु साहब बाणी स्वरूप ने। हुण किथों मर्जी आपां भाई जदों स्वरूप होया, जदों देह होई, शरीर होया, हुण शरीर दे विच ही सारे अंग हुंदे है ते इत्थे जिहड़े मर्जी आपां शब्द नूं भाई कमल बना लीए, ਜਿਹੜੇ ਮਰਜੀ शब्द ਨੂੰ गुरु के ਆਪਾਂ चरण बना लीए, भाव के सतगुरां दे बचनां नूं हिरदे घर विच वसा लीए ते जिन्हां दे बस जांदा है ते पातशाह कहंदे विखिया पन ते जियो उधारो, उन्हां दी जिंद दा उधार हो जांदा ये जहर वाड़े विखिया बन विचों। भाव के सारे पासे आपां कहने ही हां कि ना बई भाई जहर ही जहर उगड़ लिया हर एक जीव, हर एक जीव, किसी दे अंदर शांति नहीं दस रही। आज आप सारी माफ करना, कोई विरला है जिहदे अंदर शांति है, नहीं तो हर एक नूं जिन्हों मर्जी बुला के वेख लीए प्यारिओ अशांत हुई फिरदी आ दुनिया अज। क्योंकि मालिक ने कह दिता है बिन हर नाम ना शांत होए, कित विद मन धीरे, बिना नाम तो शांति नहीं। जिन्हां प्यारिਆਂ कोले सच नाम उपदेश गुरु की कमाई है, उन्हां ते हो सकदी है भी कृपा शांति वरतदी है। सोहणे बचन बोलण, प्यार वाले मिठे बचन बोलन, नहीं तो अज बचन साडे जिहड़े ने आपां सारे जाणदे आ। कृपा करन साहब जी, सतगुरु जी कहने भाई जिहड़े गुरु के चरना कमलां नूं, मालिक दे चरना कमलां नूं अपने हिरदे घर विच वसा लैंदे आ। हुण हिरदे विच जिहो जिहा भांडे विच जो कुछ पावांगे कि ना बाहर होई आउणा, तां पातशाह ने कह ही दिता। पातशाह कहंदे जो पावे भांडे विच वस्त सा निकलै, क्या कोई करे विचारा। पातशाह कहंदे जिहो जी भांडे विच वस्तु आपां पावांगे, जे किते कढणी है ते ओह पाई हुई वस्तु निकलूगी अंदरों। ये थोड़ी है गुरु प्यारिओ भी अंदर आपां जहर पाई हुई है ते कढी अमृत रूपी दुध, ये नहीं हो सकदा है। इन्ने आपां कोई खिडारी नहीं हाँ, जां मदारी नहीं हाँ, जां कोई कौतकहार नहीं आपां हाँ भी इहो जिहा कुछ कर लवांगे। पातशाह कहंदे जो भांडे विच तू पाया प्यारिआ जां पा रिहा जां पावेंगा, अंदरों ही निकलना। इसे करके साहब कहने गुरु की बाणी मिठी है भाई, ये सच्ची है भाई, ये अमृत है भाई, ये हीरे लाल जवाहरात है भाई। इस अमोलक वस्तु नूं अपने हिरदे घर विच टका लै, बछा लै, ते फिर जदों लोड़ पैगी कढेगा ते यह बड़मुल्ला नाम हीरे मोती जवाहरात ही निकलणगे। एक एक चेरा बोल बोलिया होया, आम नहीं कहते भी फलाने का बचन लखां दा जी करोड़ां दा बचन है। ये ज्ञान ऐसा ही है। इसे करके पातशाह ये रहमत करदे सानू समझाउंदे आ भी है प्यारिया मालिक दे चरना कमलां नूं हिरदे विच वसा लै। ज्यों ज्यों ये अंदर बसणगे गुरु के शब्द, गुरु की बाणी, त्यों त्यों अंदरों जिन्ना भी साडे अंदर विकारी चीज है, जो जहर है साडे अंदर, जो फिक्के बोल ने कह ली अंदर, कूड़ कबाड़ झूठ है अंदर, ये सब बाहर निकलना शुरू हो जाऊगा। पातशाह इत्थे कह रहे ने चरण कमल और अंतर धारो, विखिया बनते जियो उधारो। उधार इहदा खैड़ा सुट जूगा, उधार दा भाव ही हुंदा भी ये जिंद दा खैड़ा सुट जूगा भाई, विखे भाव विषे विकारां तो, जहरां तो। सतगुरु किरपा करन ते अगे पातशाह कहंदे आ करन भला मिटा बल लाटा, जप गोबिंद भरम भौ फाटा। कर्म भला, पातशाह कहंदे ऐ प्यारिया कर्म जो तू करदा है भला, साहब कहंदे ये कीरने ने सारे, भाव के जो को तू बोलदा चलदा फिरदा मिटे बल लाटा। पातशाह कहने जिहड़े हाहाकार बरलाट है तेरा, ये सारा खत्म हो जाऊगा, क्योंकि यही है सारे पासे हाहाकार ही मची हुई है। किन्हां दी जिहड़े मालिक नालों टुटे हुए ने। पातशाह जी की कहंदे है भी जिहड़े मन तल ते भाई असीं कर्म करदे फिरदे आ, उन्हां कर्मां विचों किसे नूं छेती सकून आनंद सुख नहीं मिलिया। जो मन दे तल ते करदे आ, जो गुरमत अनुसार करदे आ, जो सही तरीके नाल करदे आ, उन्हां विचों सकून आनंद मिलदा है। नहीं तो यह हालत है, पातशाह दसदे आ बाणी विच कह रहे ने मन मुख कर्म कमाम दे,
मनमुख कर्म करदे आ पातशाह कहंदे ਉਹ ਕਰਮਾਂ ਵਿੱਚੋਂ ਕੀ ਨਿਕਲਦਾ ਕਰਦੇ ਹਾਏ ਹਾਏ ਹਾਹਾਕਾਰ ਹੌਂਕੇ ਬਰਲਾਪ ਐਸੇ ਹੀ ਨਿਕਲਦਾ कहदी है दुनिया इन्ना धंध पिटिया कुछ नहीं पल्ले पिया ये बरलाप ही है इन्ना कुछ किया बस खाली रह गए ये बरलाप ही है इन्ना देह तोड़ के आ कुछ किया अज सुख नहीं मिल रहा ये बरलाप है पातशाह कहने मनमुख कर्म कमाम दे कर दे हाय हाय की हुंदा पातशाह के कहते ने कर दे हाय हाय नानक जो मथन मैदानियां तो मिथे धर्म राहे कहने जिमें मधानियां दुध नूं मिथदियां ने कि ना मिथदियां दुध दही कह ली आपां दही नूं जदों मिथिया जांदा भाव रिड़किया जांदा है मधानियां दुबारा ते उहदे विचों तत्त कढदियां मधानियां रिड़क रिड़क के भाव जो तत्त है उहदे विच जो घी है मक्खण कह ली आपां भी मक्खण आ जांदा है चाटा भरी हुंदी है कि ना ते मक्खण किन्ना हुंदा थोड़ा ही हुंदा ਉਹ ਮਿੱਥ ਕੇ ਕੱਢ ਕੇ ਅੱਗੇ ਸਾਡੇ ਰਾਜ ਵੀ ਆ ਇਹਦੇ ਵਿੱਚ ਅਸਲਤਾ ਬਾਕੀ ਲੱਸੀ ਹੈ ਤੇ ਇਦਾਂ ਹੀ ਕਹਿੰਦੇ ਭਾਈ ਜਦੋਂ ਧਰਮ ਦਾ ਨਿਆਂ ਉਹ ਪਰਮਾਤਮਾ ਕਰਦਾ ਹੈ ਜਿਹੜੇ ਮਨ ਆਈ ਮਨ ਦੇ ਤਲ ਤੇ ਅਸੀਂ ਬੜਾ ਭੱਜ ਦੌੜ ਕਰਦੇ ਆ ਤੇ ਉਹ ਮਿੱਥ ਕੇ ਸਾਹਮਣੇ ਰੱਖ ਦਿੰਦਾ ਵੀ ਪਿਆਰਿਆ ਇੰਨਾ ਕੁ ਤਾਂ ਆ ਚੰਗਾ ਕੰਮ ਕੀਤਾ ਹੈ ਆ ਲੈ ਤੇਰੇ ਬੰਦੇ ਦਾ ਆਹੀ ਹੈ ਤੇ ਫਿਰ ਉੱਥੇ ਹਾਈ ਕਰ ਲਾ ਪਈ ਵੀ ਇੰਨਾ ਕੁਝ ਕੀਤਾ ਆ ਪੱਲੇ ਪਿਆ बड़िया तो पछतावे ना कन्ना नाल आपां सुणदे भी हाँ बड़े कहंदे आ भी जे किते पता हुंदा भी आ वारता होवेगी काहनूं इन्ना धंध पिटना सी जे पता हुंदा आ बनना काहनूं आ कुछ करना सी पता तां जे गुरु नानक साहब नाल जुड़ांगे दस दिया सतगुरु जी भी लाहा आ मिलना प्यारा जे इदां चलेगा तो बाबा लाहा आए चलेगा लख यतन कर ला कुछ नहीं बनना ये सतगुरु जी दस दिया बाणी द्वारा सतगुरु किरपा करेंगे तो असीं किरपा दे पात्र बणीए उस किरपा नूं संभालना करिए ताते आओ ये सतगुरु जी किरपा करदे समझाउंदा कदे कारण भला मिटे बललाटा फिर भाई बललाट तेरे मिट जाणगे कदों मिटणगे जप गोबिंद गोबिंद नूं परमात्मा नूं जप ਜਦੋਂ ਜਪੇਗਾ ਜਦੋਂ ਬਾਣੀ ਨੂੰ ਪੜ੍ਹੇਗਾ ਸਮਝੇਗਾ ਫਿਰ ਕਿਰਪਾ ਹੋਏਗੀ ਸਾਹਿਬ ਕਹਿੰਦੇ ਭਰਮ ਭਾਉ ਫਾਟਾ जिन्ने भरम भलेखे तेरे अंदर ने कहना सारे फट जाएंगे खत्म हो जाएंगे सारा पर्दा लै जाऊगा भरम दे विच ही पै के गुरु प्यारिओ सब कुछ हो रहा भलेखा सानू भी शायद आए करे आए हो जू हर एक दी यही सोच हुंदी है कहना आ कर लीए फिर भाई सुख ही लैणे आ कर लीए सानू इन्हां चों सुख मिल जाणगे आ कर लीए इदां ही सुख बनदा ते आ साडा भरम भलेखा है भरम है भलेखा है सुखता गुरु प्यारिओ परमात्मा दबे वाहिगुरु दबे ते मिल सकदा है माया नाल किसे नूं कोई सुख नहीं मिलिया बड़े इत्थे करोड़ां अरबां वाले पिट दे धंध दुनिया विच वेखदे आपां बड़ा कुछ हो रहा बड़े बरलाप करदे वेखदे आ जिन्हां कोले पता ही नहीं जिन्हां नूं भी किन्ना क साडे कोले धन दौलत है बड़ियां दे आपां किस्से इतिहास पढ़दे आ ते पातशाह कहंदे प्यारिआ सुख तां जे मालिक देवे कि ना फिर सुख मिल सकदा है माया नाल सुख खरीदिया नहीं जांदा है माया नाल नहीं खरीदिया जांदा इसे करके साहब कहने जदों ये जाप जपेगा कि ना बाणी पढ़ेगा प्यारिआ तैनूं गुरु नानक समझाउणगे तेरे अंदरों इन्हां सारे भरमां नूं कढणगे सहज अवस्था टिकाऊ विच लैके आउणगे तेरे जिंदगी विच सुख आउणे शुरू हो जाणगे पातशाह कहंदे आ प्यारिआ सच्चे नाम नूं जपना कर इस बाणी नाल जुड़ना कर ते पातशाह की कहंदे आ आखिरी बोल साहब पहली पौड़ी दे साध संग बिरला को पाए नानक ताकै बल बल जाए साहब कहंदे साध संग बिरला को पाए इस जाप नूं इस नाम नूं इस बाणी नूं इस उपदेश नूं साहब कहंदे साध संगत विच कोई बिरले पाउंदे है साध संगत करते भी बिरली है गिणती बथेरी हुंदी आ गुरु प्यारिओ नगरां दी साडे हां दी ते किन्ने क करदे आपां साध संगत साधु सतगुरु दी संगत पातशाह कहंदे बिरले आ जिहड़े साध संगत पाउंदे आ भाई ते संगत विच भी जिहड़े गुरु के उपदेश नूं हिरदे विच पाउंदे आ ओह साडे चों भी बिरले हुंदे आ बिरले
पर ਉਹ ਜਿਹੜੇ ਵਿਰਲੇ ਆ ਪਿਆਰਿਓ ਉਹਨਾਂ ਤੇ ਸਾਹਿਬ ਦੀ ਰਹਿਮਤ ਹੁੰਦੀ ਹੈ। ਗੁਰੂ ਕਿਰਪਾ ਕਰਨ ਕਿਤੇ ਉਹਨਾਂ ਵਿਰਲਿਆਂ ਵਿੱਚ ਆ ਜਾਈਏ, ਆਪਾਂ ਕੋਸ਼ਿਸ਼ ਕਰੀਏ, ਸਤਿਗੁਰੂ ਰਹਿਮਤ ਕਰਨਗੇ। ਸਾਹਿਬ ਕਹਿੰਦੇ ਸਾਧ ਸੰਗ ਬਿਰਲਾ ਕੋ ਪਾਏ, ਤੇ ਜਿਹੜੇ ਪਾਉਂਦੇ ਐ ਤੇ ਪਾਤਸ਼ਾਹ ਕੀ ਕਹਿੰਦੇ ਨਾਨਕ ਤਾਂ ਕਹਿ ਬਲ ਬਲ ਜਾਏ। ਕਹਿੰਦੇ ਅਸੀਂ ਉਹ ਤੋਂ ਬਾਰੇ ਬਾਰੇ ਜਾਣੇ ਆ। ਗੁਰੂ ਅਰਜਨ ਦੇਵ ਮਹਾਰਾਜ ਜੀ ਪੰਜਵੇਂ ਸਰੂਪ ਗੁਰੂ ਨਾਨਕ ਦੇ ਕਹਿ ਰਹੇ ਨੇ ਪਿਆਰਿਓ ਅਸੀਂ ਉਹਨਾਂ ਤੋਂ ਬਾਲੇ ਬਲ ਜਾਣੇ ਆ, ਬਾਰੇ ਬਾਰੇ ਜਾਣੇ ਆ, ਸਦਕੇ ਜਾਣੇ ਆ, ਕੁਰਬਾਨ ਜਾਣੇ ਆ। ਤੇ ਜਿਹੜੇ ਸਾਧ ਸੰਗਤ ਪਾਉਂਦੇ ਐ, ਸੰਗਤ ਵਿੱਚੋਂ ਗੁਰੂ ਕੇ ਉਪਦੇਸ਼ ਨੂੰ ਕਮਾਉਂਦੇ ਐ, ਉਹਨਾਂ ਤੇ ਗੁਰੂ ਮਹਾਰਾਜ ਰਹਿਮਤਾਂ ਕਰਦੇ ਐ। ਰਹਾਉ ਬਾਲਾ ਬੰਦ ਸਾਹਿਬ ਕਹਿੰਦੇ ਰਾਮ ਨਾਮ ਮਨ ਤਨ ਆਧਾਰਾ, ਜੋ ਸਿਮਰੈ ਤਿਸ ਕਾ ਨਿਸਤਾਰਾ। ਜਿਹੜਾ ਵੀ ਭਾਈ ਸਿਮਰਨ ਕਰਦਾ ਹੈ ਇਹ ਰਾਮ ਨਾਮ ਦਾ ਹੈ ਆਸਰਾ, ਸਾਰਿਆਂ ਨੂੰ ਰਾਮ ਨਾਮ ਦਾ ਹੀ ਹੈ। ਪਰ ਜਿਹੜਾ ਯਾਦ ਰੱਖਦਾ, ਸਿਮਰਨ ਦਾ ਭਾਵ ਯਾਦ, ਜਿਹੜਾ ਯਾਦ ਰੱਖਦਾ ਪਾਤਸ਼ਾਹ ਕਹਿੰਦੇ ਉਹਦਾ ਪਾਰ ਉਤਾਰਾ ਹੋ ਜਾਂਦਾ ਭਾਈ। ਉਹ ਵਹਿਮਾਂ ਭਰਮਾਂ ਕਰਮਾਂ ਕਾਂਡਾਂ ਦੇ ਵਿੱਚੋਂ ਨਿਕਲ ਜਾਂਦਾ। ਗੁਰੂ ਰਹਿਮਤ ਕਰਨ ਆਓ। ਅੱਜ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸ਼ਬਦ ਦੇ 4 ਪਦੇ ਨੇ ਕਿਉਂਕਿ ਸ਼ਬਦ ਲੰਬੇਰਾ ਹੈ। ਆਪਾਂ ਪਹਿਲਾ ਪਦਾ ਪਹਿਲੀ ਪੌੜੀ ਹੈ ਜਿਹੜੀ ਇਹਦੀ ਵਿਚਾਰ ਕੀਤੀ ਹੈ। ਗੁਰੂ ਰਹਿਮਤ ਕਰਨ ਇਸ ਤੋਂ ਅਗਲੇਰੀ ਪੌੜੀ ਦੂਸਰੀ ਆਪਾਂ ਕੱਲ ਨੂੰ ਵਿਚਾਰਾਂਗੇ। ਆਓ ਹੁਣ ਕੁਝ ਕੁ ਸਮਾਂ ਗੁਰਮੰਤਰ ਦੁਆਰਾ ਸਾਂਝ ਪਾਈਏ। ਪ੍ਰੇਮ ਸਹਿਤ ਸਾਰੀ ਸੰਗਤ ਆਖਣਾ ਕਰੋ ਜੀ ਵਾਹਿਗੁਰੂ 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 ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੋਏ ਦਾਈ ਦਾਇਆ ਖੇਲ ਚੰਗਿਆਈਆਂ ਬਰਿਆਈਆਂ ਬਚ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮਤ ਆਇਆ ਨਾਨਕ ਤੇ ਮੁਖ ਉਜਲ ਕਹਤੇ ਸੁਟੀ ਜਿਨੇ ਨਾਮਤ ਆਇਆ ਗਏ ਮਸਕਤ
ਨਾਨਕ ਤੇ ਮੁਖ ਉਜਲ ਕੇਤ ਸੁਟੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।